ਚੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਆ ਗਏ ਹਾਂ ਜੀ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਹੋਰ ਠੀਕ ਠਾਕ ਹੋ? ਬਿਲਕੁਲ ਠੀਕ ਠਾਕ। ਪਰਿਵਾਰ ਚੜ੍ਹਦੀ ਕਲਾ? ਹਾਂਜੀ, ਬਹੁਤ ਚੰਗੀ ਗੱਲ ਆ। ਤੁਸੀਂ ਸੁਣਾਓ ਕਿਵੇਂ ਹੋ? ਮੈਂ ਵੀ ਠੀਕ ਆ। ਘਰ ਪਰਿਵਾਰ ਠੀਕ ਠਾਕ ਹੈ? ਬਹੁਤ ਵਧੀਆ। ਜ਼ਿੰਦਗੀ ਪੂਰੀ ਤੇਜ਼ ਗਤੀ ਦੇ ਨਾਲ, ਤੇਜ਼ ਰਫ਼ਤਾਰ ਦੇ ਨਾਲ ਦੌੜ ਰਹੀ ਹੈ? ਹਾਂ ਬਿਲਕੁਲ। ਮੌਸਮ ਕਿਵੇਂ ਹੈ? ਮੌਸਮ ਠੀਕ ਆ ਜੀ। ਮੌਸਮ ਰਾਤ ਦੇ ਵੇਲੇ ਹੁਣ ਜ਼ਿਆਦਾ ਠੰਡ ਜੀ ਹੋਣ ਲੱਗ ਪਈ ਆ। ਜਦੋਂ ਹੁਣ ਜਾਂਦੇ ਆ ਨਾ ਸਵੇਰ ਦੇ ਵੇਲੇ ਕਿਤੇ, ਜਾਂ ਥੋੜਾ ਜਿਹਾ ਹਨੇਰਾ ਪਏ ਤੋਂ ਘਰੇ ਕਿਤੇ, ਤੇ ਉਦੋਂ ਫਿਰ ਨਾ ਠਾਰੀ ਜੀ ਚੜ੍ਹਦੀ ਆ ਪਿੰਡੇ ਨੂੰ, ਨਾ ਠੰਡ ਜੀ ਮਾੜੀ ਮਾੜੀ ਮਹਿਸੂਸ ਹੁੰਦੀ ਆ। ਤੇ ਦਿਨ ਦੇ ਵੇਲੇ ਵੀ ਹੁਣ ਧੁੱਪ ਓਨੀ ਚੁੱਭ ਵੀ ਨਹੀਂ ਲੱਗਦੀ। ਤੇ ਮੈਂ ਕੱਲ ਵੀ ਗੱਲ ਕਹੀ ਸੀ, ਉਹੀ ਅੱਜ ਕਹਿ ਦਿੰਦਾ ਵੀ 15 ਅਕਤੂਬਰ ਤੱਕ ਦਿਨ ਦੇ ਵੇਲੇ ਤਾਪਮਾਨ ਇਵੇਂ ਹੀ ਰਹਿਣਾ, ਇਦਾਂ ਦਾ ਮੌਸਮ ਰਹਿਣਾ, ਤੇ ਰਾਤ ਦੇ ਵੇਲੇ ਪਾਰਾ ਹੋਰ ਲੁੜਕੀ ਜਾਣਾ। ਸੋ ਹੌਲੀ ਹੌਲੀ ਠੰਡ ਜਿਹੜੀ ਹੈ ਹੋਰ ਅੱਗੇ ਵਧੇਗੀ, ਹੋਰ ਅੱਗੇ ਆਏਗਾ ਮੌਸਮ ਪਿੰਨੀਆਂ ਖਾਣ ਦਾ, ਸਾਗ ਖਾਣ ਦਾ, ਗਾਜਰਾਂ ਖਾਣ ਦਾ, ਹੋਰ ਕਈ ਸਾਰੀਆਂ ਚੀਜ਼ਾਂ ਬਣਨਗੀਆਂ। ਵੇਖੋ ਬਿਲਕੁਲ ਜੀ। ਤੇ ਮੈਂ ਇੱਥੇ ਬੈਠ ਕੇ ਤੁਹਾਨੂੰ ਦੱਸਾਂਗਾ ਵੀ ਸਾਗ ਕਿਵੇਂ ਸੀ, ਪਿੰਨੀਆਂ ਕਿਵੇਂ ਸੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਪਕੌੜੇ ਕਿਵੇਂ ਸੀ। ਪਿਛਲੀਆਂ ਗੱਲਾਂ ਨਹੀਂ ਦੁਹਰਾਈਦੀਆਂ ਟਾਣਾ ਸਾਹਿਬ। ਮੈਂ ਤਾਂ ਕੋਈ ਨਾਂ ਲਿਆ ਹੀ ਨਹੀਂ ਕਿਸੇ ਦਾ। ਪਿਛਲੀ ਵਾਰ ਮੈਂ ਤੁਹਾਨੂੰ ਖਵਾਇਆ ਸਭ ਕੁਝ, ਐਤਕੀ ਵਾਰੀ ਤੁਹਾਡੀ ਹੈ। ਚਲੋ ਕੋਈ ਗੱਲ ਨਹੀਂ, ਮੈਂ ਤਾਂ ਮੰਨਦਾ ਤੇ ਮੈਂ ਜਿਹੜੀ ਗੱਲ ਕਹੂੰਗਾ ਕਰਕੇ ਵੀ ਦਿਖਾਉਂਗਾ। ਠੀਕ ਹੈ, ਮੇਰਾ ਵਾਅਦਾ ਰਿਹਾ ਵੀ ਸਾਗ ਖਵਾ ਦੂੰ। ਚਲੋ ਜ਼ਰੂਰ ਮੈਂ ਜਿਨ੍ਹਾਂ ਨੇ ਪਕੌੜੇ ਨਹੀਂ ਖਵਾਏ ਤੇ ਜਿਨ੍ਹਾਂ ਨੇ ਵੀ ਵਾਅਦਾ ਕੀਤਾ, ਇੰਨੀ ਵਾਰ ਖਾ ਲਏ ਟਾਣਾ ਸਾਹਿਬ, ਹੁਣ ਤਾਂ ਪਕੌੜੇ ਤੁਹਾਡਾ ਨਾਂ ਲਿਆ। ਮੈਂ ਵੈਸੇ ਤੁਹਾਨੂੰ ਕਹਿ ਰਹੀ ਹਾਂ, ਪਕੌੜੇ ਤਾਂ 10 ਮਿੰਟਾਂ ਦੇ ਵਿੱਚ ਹੁਣ ਮੰਗਵਾ ਲੈਨੇ ਰੇੜੀ ਤੋਂ, ਹੱਟੀ ਤੋਂ। ਇਹ ਕਿਹੜੀ ਐਸੀ ਸੂਈ ਹੈ? ਚੁੱਪ ਕਰ ਜਾਓ। ਪਰ ਗੱਲ ਇਹ ਆ ਬਈ ਹੱਲ ਹੀ ਕੋਈ ਨਹੀਂ ਇਸ ਧਰਤੀ ਦੇ ਉੱਤੇ, ਕੋਈ ਹੱਲ ਨਹੀਂ ਹੈ। ਇੰਨੀ ਵਾਰ ਪਕੌੜੇ ਖਵਾਤੇ ਨਾ ਟਾਣਾ। ਅਗਲੀ ਗੱਲ ਵਧੋ, ਚੱਜ ਦਾ ਵਿਚਾਰ ਪੇਸ਼ ਕਰੋ। ਤੁਸੀਂ ਕਰੋ। ਦੇਖੋ, ਚੱਜ ਦਾ ਵਿਚਾਰ ਇਹ ਆ ਵੀ ਸਿਆਣੇ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਹਨ। ਸਿਆਣੇ ਇਹ ਗੱਲ ਕਹਿੰਦੇ ਆ ਕਿ ਜੀ ਭਾਂਡੇ ਨਹੀਂ ਖੜਕਾਈ ਦੇ ਤੇ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਆ। ਇਹ ਸਿਆਣਿਆਂ ਦਾ ਕਹਿਣਾ ਜੀ। ਅਸੀਂ ਇੱਕ ਬੰਦੇ ਦੇ ਕਹੇ ਦੇ ਉੱਤੇ ਭਾਰਤ ਵਾਸੀਆਂ ਨੇ ਭਾਂਡੇ ਖੜਕਾਏ ਤੇ ਸਾਰੇ ਭਾਰਤ ਦੇ ਵਿੱਚ ਬਰਕਤ ਚਲੀ ਗਈ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ। ਉਦੋਂ ਅਸੀਂ ਵੀ ਨਹੀਂ ਸੋਚਿਆ, ਤਾਂ ਹੁਣ ਕੀ ਕਰੀਏ? ਕਰਨਾ ਕੀ ਆ? ਹੁਣ ਤਾਂ ਜਿਹੜਾ ਵੇਲਾ ਲੰਘ ਗਿਆ ਜੀ, ਪਛਤਾਵਾ ਹੀ ਆ। ਬਿਲਕੁਲ ਸਹੀ ਗੱਲ ਹੈ। ਕਰੋਨਾ ਗਿਆ ਨਹੀਂ, ਪੈਸਾ ਕਿਤੋਂ ਆ ਨਹੀਂ ਰਿਹਾ, ਦੁਕਾਨਾਂ ਬੰਦ ਪਈਆਂ ਰਹੀਆਂ, ਤੇ ਬਸ ਜਿਹਨੇ ਕਿਹਾ ਸੀ ਉਹ ਛਾ ਗਿਆ ਜੀ। ਬਿਲਕੁਲ ਉਹ ਛਾ ਗਿਆ। ਤੇ ਹੁਣ ਮੇਰੇ ਵਾਲੇ ਚਾਹ ਦੇ ਵਿਚਾਰ ਵੱਲ ਨੂੰ ਚੱਲੀਏ। ਆਉਣ ਦਿਓ। ਜਿਹੜਾ ਮੈਂ ਚਾਹ ਦਾ ਵਿਚਾਰ ਲੈ ਕੇ ਆਈ ਆ ਉਹ ਵੀ ਬੜਾ ਨਿੱਕਾ ਜਿਹਾ, ਬੜਾ ਵਧੀਆ ਚਾਹ ਦਾ ਵਿਚਾਰ ਹੈ। ਮੈਂ ਆਪ ਹੀ ਕਹਿ ਦਿੱਤਾ ਪਹਿਲਾਂ ਹੀ ਜੀ ਜੀ। ਮੇਰਾ ਚਾਹ ਦਾ ਵਿਚਾਰ ਕਹਿੰਦਾ ਹੈ ਕਿ ਗਲਤੀਆਂ ਕੱਢਣੀਆਂ ਕੋਈ ਗਲਤ ਗੱਲ ਨਹੀਂ। ਗਲਤੀਆਂ ਕੱਢਣੀਆਂ ਕੋਈ ਗਲਤ ਗੱਲ ਨਹੀਂ। ਗਲਤੀਆਂ ਕੱਢਣੀਆਂ ਕੋਈ ਮਾੜੀ ਗੱਲ ਨਹੀਂ। ਮਾੜੀ ਗੱਲ ਵੀ ਨਹੀਂ ਜੀ। ਬਸ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਆ। ਬੰਦੇ ਨੂੰ ਜੇਕਰ ਇਹ ਪਤਾ ਲੱਗ ਜੇ ਕਿ ਮੈਂ ਗਲਤ ਆ ਤੇ ਫਿਰ ਉਹਦੇ ਅੱਧੋਂ ਵੱਧ ਮਸਲੇ ਹੱਲ ਹੋ ਗਏ ਜੀ। ਜਿੰਨੀ ਦੇਰ ਤੱਕ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਵੀ ਗਲਤ ਹਾਂ, ਉਨੀ ਦੇਰ ਤੱਕ ਕਿਸੇ ਮਸਲੇ ਦਾ ਹੱਲ ਨਹੀਂ। ਦੁੱਖ ਦੀ ਗੱਲ ਹੈ ਕਿ ਸਾਡੇ ਵਰਗੇ ਲੋਕ ਆ ਜਿਹੜੇ, ਭਾਵੇਂ ਪੰਜਾਬੀ ਆ ਤੇ ਭਾਵੇਂ ਸਮੁੱਚੇ ਭਾਰਤੀ ਅਸੀਂ ਲੋਕ ਆ, ਉਹਨਾਂ ਸਾਰਿਆਂ ਬਾਰੇ ਜਾਣਦੇ ਆ। ਮੈਨੂੰ ਸਾਰਾ ਪਤਾ ਹੋਊਗਾ ਵੀ ਤੁਹਾਡੇ ਚ ਆਹ ਗਲਤੀ ਆ, ਉਹਦੇ ਚ ਉਹ ਗਲਤੀ ਆ, ਉਹ ਫਲਾਣੀ ਥਾਂ ਤੇ ਗਲਤ ਆ, ਉਹ ਫਲਾਣੀ ਥਾਂ ਤੇ ਗਲਤ ਆ। ਦੁੱਖ ਦੀ ਗੱਲ ਇਹ ਆ ਵੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਵੀ ਗਲਤ ਆ ਤੇ ਮੈਂ ਕਿੱਥੇ ਕਿੱਥੇ ਗਲਤ ਆ। ਸੋ ਪਹਿਲਾਂ ਆਪਣੇ ਆਪ ਨੂੰ ਗਲਤ ਮੰਨੋ, ਆਪਦੀਆਂ ਗਲਤੀਆਂ ਦੇ ਵਿੱਚ ਸੁਧਾਰ ਕਰੋ, ਤੇ ਦੂਜੇ ਤੋਂ ਫਿਰ ਇਸ ਗੱਲ ਦੀ ਆਸ ਕਰੋ, ਨਹੀਂ ਤਾਂ ਕੁਝ ਨਹੀਂ ਬਣਦਾ। ਬਿਲਕੁਲ ਸਹੀ। ਇੱਕ ਹੋਰ ਚੱਜ ਦਾ ਵਿਚਾਰ ਆਇਆ ਕੱਲ ਮੈਨੂੰ। ਉਹ ਕਹਿੰਦੀ ਚੰਦਰਿਆ, ਲੜਨ ਦੇ ਨਾਲ ਤਾਂ ਪਿਆਰ ਵੱਧਦਾ। ਕੌਣ ਕਹਿੰਦੀ? ਕੱਲ ਉਹ ਮੈਨੂੰ ਕਹਿੰਦੀ ਚੰਦਰਿਆ, ਲੜਨ ਦੇ ਨਾਲ ਤਾਂ ਪਿਆਰ ਵੱਧਦਾ। ਫਿਰ ਪਤਾ ਕੀ ਹੋਇਆ? ਕੀ ਹੋਇਆ? ਯਾਰਾਂ ਨੇ ਝੰਬਤੀ ਹੈ। ਹਾਂਜੀ। ਉਹਨੇ ਲੜਨ ਨਾ ਕਿਹਾ ਸੀ, ਉਹਨੇ ਇਹ ਨਹੀਂ ਕਿਹਾ ਸੀ ਝੰਬਣ ਝੰਬੋਣ ਲਿਆ ਪਿਆਰ ਵੱਧਦਾ। ਜਦੋਂ ਉਹਨੇ ਇਹ ਗੱਲ ਕਹਿਤੀ ਵੀ ਲੜਦੇ ਉਹੀ ਆ ਜਿੰਨਾ ਚ ਪਿਆਰ ਹੁੰਦਾ, ਤੇ ਕਹਿੰਦਾ ਯਾਰਾਂ ਨੇ ਫੇੜਤੀ। ਬਸ ਹੁਣ ਕੀ ਕੱਲ ਦੀ ਬੋਲਚਾਲ ਬੰਦ ਆ। ਹਰਮਨ ਜੀ, ਤੁਹਾਨੂੰ ਪਤਾ ਕਿ ਇਸ ਵਕਤ ਭਾਰਤ ਦੇ ਵਿੱਚ ਟਰੈਕਟਰ ਤੇ ਜਹਾਜ਼ ਦੀ ਲੜਾਈ ਚੱਲ ਰਹੀ ਹੈ? ਟਰੈਕਟਰ ਤੇ ਜਹਾਜ਼ ਦੀ ਲੜਾਈ? ਬਿਲਕੁਲ ਜੀ ਬਿਲਕੁਲ। ਇਹ ਕਿਉਂ, ਕਿਵੇਂ, ਕਿੱਥੇ, ਕਾਹਤੋਂ? ਇੱਕ ਧਿਰ ਕਹਿੰਦੀ ਆ ਵੀ ਭਾਈ ਗੱਦੀ ਵਾਲਾ ਟਰੈਕਟਰ ਕਿਉਂ ਵਰਤਿਆ, ਦੂਜੀ ਧਿਰ ਕਹਿੰਦੀ ਆ ਵੀ ਤੁਸੀਂ ਬੋਇੰਗ 777 ਜਹਾਜ਼ ਕਿਹੜੀ ਗੱਲੋਂ ਵਰਤ ਰਹੇ ਆ। ਇਹ ਅਸਲ ਦੇ ਵਿੱਚ ਗੱਦੀ ਦਾ ਰੌਲਾ, ਇਹ ਅਸਲ ਦੇ ਵਿੱਚ ਕੁਰਸੀ ਦਾ ਰੌਲਾ। ਇੱਕ ਧਿਰ ਹੈ ਜਿਹੜੀ ਉਹ ਟਰੈਕਟਰ ਦੇ ਉੱਤੇ ਬੈਠ ਕੇ, ਸੋਫੇ ਵਾਲੇ ਟਰੈਕਟਰ ਦੇ ਉੱਤੇ ਬੈਠ ਕੇ ਤੇ ਭਲਵਾਨੀ ਗੇੜਾ 3 ਦਿਨ ਦੇ ਵਿੱਚ ਦੇ ਕੇ ਤੇ ਵਾਪਸ ਚਲੀ ਗਈ ਹਰਿਆਣੇ ਨੂੰ ਦਿੱਲੀ ਚਲੇ ਜਾਣਾ। ਪਰ ਦੂਜੀ ਧਿਰ ਇਹ ਹੈ ਜਿਹੜੀ ਕਿ ਇਸ ਵਕਤ 8000 ਕਰੋੜ ਰੁਪਏ ਦਾ ਜਿਹੜਾ ਜਹਾਜ਼ ਆ ਬੋਇੰਗ 777 ਲੈ ਕੇ, ਉਹਦੇ ਵਿੱਚ ਖੁੱਲੇ ਕਮਰੇ, ਉਹਦੇ ਵਿੱਚ ਬੈੱਡ ਬੁੱਡ ਲੱਗੇ ਪੂਰੇ, ਉਹਦੇ ਵਿੱਚ ਕਹਿੰਦੇ ਪੂਰਾ ਆਲੀਸ਼ਾਨ ਕਮਰਾ ਬਣਿਆ ਹੋਇਆ, ਤੇ ਕਹਿੰਦੇ ਵੀ ਉਹਦੇ ਵਿੱਚ ਝੂਟਦੇ ਨਜ਼ਾਰੇ ਲੈਂਦੇ ਆ। ਤੇ ਲੁੱਟੇ ਕੌਣ ਗਏ? ਲੋੜਵੰਦ ਲੋਕ ਕੌਣ ਆ?
ਇਹ ਕਿਹਦੇ ਪੈਸੇ ਨਾਲ ਸਾਰਾ ਕੁਝ ਆਇਆ ਤੇ ਦੇਸ਼ ਦੇ ਲੋਕ ਇਸ ਗੱਲ ਨੂੰ ਸੋਚਦੇ ਵਿਚਾਰਦੇ ਤੇ ਸਮਝਦੇ ਹਾਲੇ ਤੱਕ ਹੈ ਨਹੀਂ। ਮੈਂ ਨਾ ਇਹ ਗੱਲ ਸੋਚੀ ਜਾਂਦਾ ਵੀ ਰਾਹੁਲ ਗਾਂਧੀ ਹੋਰੀ 3 ਦਿਨ ਪੰਜਾਬ ਦੇ ਵਿੱਚ ਲਾ ਕੇ ਗਏ ਆ, ਟਰੈਕਟਰਾਂ ਦੇ ਨਾਲ ਰੈਲੀਆਂ ਕੀਤੀਆਂ ਵੱਧ ਤੋਂ ਵੱਧ, ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ, ਫਿਰ ਹਰਿਆਣੇ 'ਚ ਵੀ ਬੜੇ ਰੌਲਾ ਪੈਣ ਤੋਂ ਬਾਅਦ, ਪਰ ਖੱਟਿਆ ਕੀ ਆ ਪੰਜਾਬ ਦੀ ਕਿਸਾਨੀ ਨੂੰ ਵਿੱਚੋਂ ਕੀ ਮਿਲਿਆ? ਮੈਂ ਇਹੀ ਗੱਲ ਉਦੋਂ ਵੀ ਸੋਚਦਾ ਸੀਗਾ ਜਦੋਂ ਟਰੈਕਟਰ ਲੈ ਕੇ ਲੋਕ ਤੇ ਚੰਡੀਗੜ੍ਹ ਵੱਲ ਨੂੰ ਤੁਰ ਪਏ। ਫਿਰ ਮੈਂ ਸੋਚਿਆ ਵੀ ਚਲੋ ਪਾਰਟੀ ਨੂੰ ਤਾਂ ਸ਼ਾਇਦ ਫਾਇਦਾ ਹੋ ਜੇ, ਪਰ ਕਿਸਾਨੀ ਨੂੰ ਕੀ ਮਿਲਿਆ? ਟਰੈਕਟਰ ਕਿਸਾਨਾਂ ਦੇ, ਵਕਤ ਕਿਸਾਨਾਂ ਦਾ, ਤੇਲ ਕਿਸਾਨਾਂ ਦਾ, ਘਸਾਈ ਟਾਇਰਾਂ ਦੀ ਕਿਸਾਨਾਂ ਦੀ, ਤੇ ਫਾਇਦਾ ਕਿਹਨੂੰ ਹੋਇਆ? ਨੇਤਾਵਾਂ ਨੂੰ, ਪਾਰਟੀਆਂ ਨੂੰ, ਤੇ ਲੁੱਟਿਆ ਕੌਣ ਗਿਆ? ਅਸੀਂ ਸਾਰੇ। ਜੀ ਪਰ ਟੈਣਾ ਸਾਹਿਬ ਇਹ ਸਵਾਲ ਨਾ ਉਹਨਾਂ ਲੋਕਾਂ ਨੂੰ, ਉਹਨਾਂ ਕਿਸਾਨਾਂ ਨੂੰ, ਉਹਨਾਂ ਕੀ ਕਵਾਂ ਮੈਂ ਉਹਨਾਂ ਦੇ ਬਾਰੇ ਚ, ਵੈਸੇ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਇਹਨਾਂ ਰੈਲੀਆਂ ਦੇ ਵਿੱਚ ਗਏ, ਜਿਹੜੇ ਮਗਰ ਤੁਰੇ ਹੋਏ ਸੀ, ਹੱਥਾਂ 'ਚ ਝੰਡੇ ਫੜੇ ਹੋਏ ਸੀ, ਜਿਨ੍ਹਾਂ ਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਇਹ ਸਭ ਕੁਝ ਕਿਸਾਨੀ ਅੰਦੋਲਨ ਦੇ ਤਹਿਤ ਹੋ ਰਿਹਾ, ਸ਼ਾਇਦ ਕਿਸਾਨਾਂ ਦੇ ਭਲੇ ਦੇ ਲਈ ਹੋ ਰਿਹਾ, ਪਰ ਉਹਨਾਂ ਦੀਆਂ ਵੀ ਅੱਖਾਂ ਤੇ ਕਹਿ ਲਓ ਪਰਦਾ ਪੈ ਗਿਆ ਸੀ। ਉਹਨਾਂ ਨੂੰ ਵੀ ਇਹ ਗੱਲਾਂ ਸਮਝ 'ਚ ਨਹੀਂ ਸੀ ਆ ਰਹੀਆਂ ਵੀ ਕੱਲਾ ਤੇਲ ਫੂਕਣ ਦੇ ਨਾਲ, ਸੜਕਾਂ ਦੇ ਉੱਪਰ ਟਰੈਕਟਰ ਕੱਢਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਇਹਦੇ ਨਾਲ ਸਿਰਫ ਤੇ ਸਿਰਫ ਇਹ ਦੋਵੇਂ ਪਾਰਟੀਆਂ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀਆਂ ਨੇ। ਕੋਈ ਵੀ ਸਿਆਸੀ ਪਾਰਟੀ ਹੈ, ਦੋਵੇਂ ਵੀ ਨਹੀਂ ਜੀ, ਜਿੰਨੀਆਂ ਵੀ ਹੈਗੀਆਂ ਇਸ ਵਕਤ ਸਿਆਸੀ ਪਾਰਟੀਆਂ, ਉਹ 2022 ਦੇ ਲਈ ਜ਼ਮੀਨ ਲੱਭ ਰਹੀਆਂ। ਬਿਲਕੁਲ, ਉਹਨਾਂ ਨੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਆਉਂਦੇ ਸਮੇਂ ਲਈ ਘਰ ਬਣਾਉਣਾ, ਪਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਵੀ ਪੰਜਾਬ ਦੀ, ਦੇਸ਼ ਦੀ ਕਿਸਾਨੀ ਕਿਹੜੇ ਹਾਲਾਤ ਨੂੰ ਹੈਗੀ ਆ। ਹੁਣ ਜਦੋਂ ਸਿਮਰਤੀ ਇਰਾਨੀ ਨੇ ਇਹ ਗੱਲ ਕਹਿਤੀ ਵੀ ਇਹ ਤਾਂ VIP ਕਿਸਾਨ ਆ, ਇਹ ਤਾਂ ਜੀ ਬਹੁਤ ਮਹਿੰਗੀ ਗੱਦੀ ਦੇ ਉੱਤੇ ਬਹਿਣ ਵਾਲਾ ਰਾਹੁਲ ਗਾਂਧੀ ਕਿਸਾਨ ਆ, ਇਹ VIP ਕਿਸਾਨ ਕੀ ਜਾਣਦਾ ਕਿ ਖੇਤੀਬਾੜੀ ਨਾਲ ਜੁੜੇ ਲੋਕਾਂ ਦੀਆਂ ਸਮੱਸਿਆਵਾਂ ਕੀ ਆ? ਤਾਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਵੀ ਮੈਂ ਤਾਂ ਚਲੋ ਗੱਦੀ ਤੇ ਬਹਿ ਗਿਆ, ਤੁਹਾਨੂੰ ਹੋਈ ਤਕਲੀਫ, ਮੰਨ ਗਏ ਵੀ ਭਾਈ ਮੈਂ ਗਲਤ ਕੰਮ ਕੀਤਾ, ਪਰ ਤੁਸੀਂ ਦੱਸੋ ਵੀ ਇਹ ਕੁਝ ਸਹੀ ਆ ਵੀ ਦੇਸ਼ ਕਿਹੜੇ ਹਾਲਾਤ ਨੂੰ ਪਹੁੰਚ ਗਿਆ? ਪਰ 8000 ਕਰੋੜ ਰੁਪਏ ਦਾ ਤੁਸੀਂ ਬੋਇੰਗ 777 ਲਿਆ, ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਅਸਮਾਨ ਦੇ ਵਿੱਚ ਨਜ਼ਾਰੇ ਲੁੱਟਦੇ ਆ, ਤੇ ਲੋਕ ਆ ਜਿਹੜੇ ਉਹਨਾਂ ਨੂੰ ਰੋਟੀ ਨਹੀਂ ਜੁੜਦੀਗੀ। ਕਿਸਾਨ ਇਸ ਵਕਤ ਧਰਨਿਆਂ ਦੇ ਉੱਤੇ ਬੈਠੇ ਆ, ਤੁਸੀਂ ਉੱਡ ਕੇ ਜੋ ਮਰਜ਼ੀ ਕਰੀ ਜਾਓ, ਤੇ ਅਸੀਂ ਗੱਦੇ ਵਾਲੇ ਟਰੈਕਟਰ ਦੇ ਉੱਤੇ ਵੀ ਨਹੀਂ ਬਹਿ ਸਕਦੇ। ਦੇਖੋ ਘੱਟ ਕੋਈ ਵੀ ਨਹੀਂ ਆ ਟਾਣਾ ਸਾਹਿਬ, ਤੁਸੀਂ ਜਿੱਧਰ ਮਰਜ਼ੀ ਨਿਗਾਹ ਘੁਮਾ ਕੇ ਵੇਖ ਲਓ, ਤੁਹਾਡੇ ਤੋਂ ਵੱਧ ਤਾਂ ਕੌਣ ਜਾਣਦਾ, ਕਿਉਂਕਿ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ ਹਰ ਰੋਜ਼ ਤੁਸੀਂ ਰਹਿੰਦੇ ਹੋ। ਘੱਟ ਕੋਈ ਵੀ ਨਹੀਂ ਆ। ਇਹ ਸਮ੍ਰਿਤੀ ਇਰਾਨੀ ਜੀ ਨੂੰ ਇਹ ਤਾਂ ਨਜ਼ਰ ਆ ਰਿਹਾ ਵੀ ਉਹ ਟਰੈਕਟਰ ਦੇ ਉੱਪਰ ਬੈਠ ਕੇ ਤੇ ਸਾਰਾ ਕੁਝ ਕਰ ਰਹੇ ਨੇ। ਜਿੱਦਣ ਹਾਥਰਸ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਉੱਪਰ ਤਾਂ ਇਹ ਵੀ ਨਹੀਂ ਬੋਲੇ ਸੀ। ਬਿਲਕੁਲ ਇਹੀ ਗੱਲ ਰਾਹੁਲ ਗਾਂਧੀ ਨੇ ਵੀ ਕਹੀ ਆ। ਉਹ ਕਹਿੰਦੇ ਵੀ ਇਸ ਗੱਲ ਦੀ ਵੀ ਮਾੜੀ ਮੋਟੀ ਸਮਝ ਕਰਨੀ ਚਾਹੀਦੀ ਹੈ ਤੇ ਅਕਲ ਹੋਣੀ ਚਾਹੀਦੀ ਹੈ ਵੀ ਤੁਹਾਡੀ ਪਾਰਟੀ ਦੀ ਸਰਕਾਰ UP ਦੇ ਵਿੱਚ ਵੀ ਆ, ਤੇ ਉੱਥੇ ਇੱਕ ਕੁੜੀ ਦੀ ਪੱਤ ਲੁੱਟੀ ਗਈ ਹੈ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਆ, ਉਹਦੇ ਸਰੀਰ ਦੇ ਅੰਗ ਤੋੜੇ ਗਏ ਸੀਗੇ, ਤੇ ਤੁਸੀਂ ਉਹਦੇ ਬਾਬਤ ਤਾਂ ਬੋਲਦੇ ਨਹੀਂ ਤੇ ਸਾਡੇ ਬਾਬਤ ਬੋਲਣਾ ਸ਼ੁਰੂ ਕਰ ਦਿੰਦੇ ਆ। ਤੇ ਮੈਨੂੰ ਹੋਰ ਵੀ ਇਸ ਗੱਲ ਦਾ ਦੁੱਖ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵੀ ਸ਼ਬਦ ਇਸ ਮਸਲੇ ਦੇ ਉੱਤੇ ਮੂੰਹ ਦੇ ਵਿੱਚੋਂ ਨਹੀਂ ਕੱਢਿਆ। ਸੋ ਰਾਜਨੀਤਿਕ ਜੰਗ ਚੱਲ ਰਹੀ ਹੈ, ਸ਼ਬਦਾਂ ਦੀ ਵਾਛੜ ਕੀਤੀ ਜਾ ਰਹੀ ਹੈ, ਦੋਸ਼ ਕਦੋਸ਼ ਲਗਾਤਾਰ ਜਾਰੀ ਹੈ, ਪਰ ਲੋਕਾਂ ਨੂੰ ਇਸ ਸਭ ਕੁਝ ਦੇ ਵਿੱਚੋਂ ਕੱਖ ਨਹੀਂ ਮਿਲਣਾਗਾ ਤੇ ਨਾ ਹੀ ਇਸ ਤੋਂ ਪਹਿਲਾਂ ਕਦੇ ਮਿਲਿਆ ਜੀ। ਤੇ ਲੋਕਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਕੱਖ ਨਹੀਂ ਮਿਲਣਾ। ਬਹੁਤ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਅਸੀਂ ਜਾ ਕੇ ਵੇਖ ਲਿਆ, ਚਾਹੇ ਕੋਈ ਵੀ ਪਾਰਟੀ ਆ ਕੇ ਰੈਲੀ ਕਰਦੀ ਹੈ, ਅਸੀਂ ਆਪਣਾ ਸਮਾਂ ਗਵਾਉਂਦੇ ਆ। ਉਹਨਾਂ ਨੇ ਤਾਂ ਇਕੱਠ ਕਰਨਾ ਹੀ ਹੁੰਦਾ, ਉਹਨਾਂ ਨੇ ਤਾਂ ਆਪਣਾ ਦਿਖਾਉਣਾ ਹੀ ਹੁੰਦਾ ਵੀ ਫਲਾਣਿਆਂ ਦੇ ਨਾਲ ਇੰਨੇ ਨਹੀਂ ਸੀ ਤੁਰੇ, ਸਾਡੇ ਨਾਲ ਤਾਂ ਇੰਨੇ ਤੁਰ ਰਹੇ ਆ। ਮੁੜ ਕੇ ਤੀਜਾ ਆ ਜਾਂਦਾ, ਉਹ ਕਹਿੰਦਾ ਜੀ ਉਹਨਾਂ ਦੋਵਾਂ ਦੇ ਨਾਲ ਇੰਨੇ ਨਹੀਂ ਸੀ ਤੁਰੇ, ਸਾਡੇ ਨਾਲ ਇੰਨੇ ਤੁਰ ਰਹੇ ਆ। ਸੋ ਇਹਨਾਂ ਦੇ ਤਾਂ ਆਪਸ ਦੇ ਵਿੱਚ ਮੁਕਾਬਲਾ ਜਿਹੜਾ ਉਹ ਜਾਰੀ ਰੱਖਣਾ ਹੁੰਦਾ। ਆਮ ਲੋਕਾਂ ਨੂੰ ਤਾਂ ਲੱਭਦਾ ਵਿੱਚੋਂ ਕੱਖ ਵੀ ਹੈ ਨਹੀਂਗਾ, ਪਰ ਜਦ ਤੱਕ ਆਮ ਲੋਕ ਸਮਝਣਗੇ ਨਹੀਂ, ਉਦੋਂ ਤੱਕ ਇਹ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਵਰਤਦੇ ਰਹਿਣਗੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ ਕੁਝ ਦਿਨ ਪਹਿਲਾਂ ਜਿਹੜਾ ਨਾਂ ਬਹੁਤ ਚਰਚਾ ਦੇ ਵਿੱਚ ਸੀ, ਇੱਕ ਵਾਰ ਫਿਰ ਤੋਂ ਗਾਇਬ ਜਾ ਹੋ ਗਿਆ। ਉਹ ਨਾਂ ਐਂ ਹੀ ਗਾਇਬ ਹੁੰਦਾ, ਉਸ ਨਾਂ ਦੀ ਕੀ ਮਹਿਮਾ ਕਰੀਏ ਤੇ ਕੀ ਨਾ ਕਰੀਏ। ਬਿਲਕੁਲ, ਜਦੋਂ ਤਾਂ ਇੱਕਦਮ ਉਹ ਨਾਂ ਸਾਹਮਣੇ ਆਇਆ ਸੀ, ਲੋਕਾਂ ਨੂੰ ਲੱਗਦਾ ਸੀ ਲੈ ਵੀ ਸ਼ੁਰੂਆਤ ਦੀ ਲੋੜ ਸੀ, ਸ਼ੁਰੂਆਤ ਹੋ ਗਈ ਤੇ ਹੁਣ ਇਸੇ ਤਰੀਕੇ ਦੇ ਨਾਲ ਗੱਜਣਗੇ, ਇਸੇ ਤਰੀਕੇ ਨਾਲ ਬੋਲਣਗੇ, ਇਸੇ ਤਰੀਕੇ ਨਾਲ ਭੇਤ ਖੋਲਣਗੇ, ਪਰ ਇੱਕ ਵਾਰ ਫਿਰ ਗਾਇਬ ਹੋ ਗਏ। ਇਸੇ ਤਰੀਕੇ ਨਾਲ ਟਕਾ ਕੇ ਠੋਕਣਗੇ। ਪਰ ਇੱਕ ਰੈਲੀ ਦੇ ਵਿੱਚੋਂ ਦਿਸੇ ਤੇ 2 ਰੈਲੀਆਂ ਦੇ ਵਿੱਚੋਂ ਨਹੀਂ ਦਿਸੇ, ਜਿਹਦੇ ਕਰਕੇ ਫਿਰ ਉਹੀ ਪੰਗੇ ਦਾ ਪੰਗਾ ਬਈ ਆਪਾਂ ਗੁੱਸੇ ਆ, ਆਪਾਂ ਨਹੀਂ ਮੰਨਦੇ, ਸਾਡਾ ਮੁੰਡਾ ਤਾਂ ਏਦਾਂ ਹੀ ਕਰੂ। ਬਿਲਕੁਲ ਜੀ। ਤੇ ਰਾਹੁਲ ਗਾਂਧੀ ਹੋਰਾਂ ਦੀ ਜਿਹੜੀ ਇਹ ਪੰਜਾਬ ਦੀ ਰੈਲੀ ਸੀਗੀ, ਮਾਝਾ ਖੇਤਰ ਦੇ ਵਿੱਚ ਵੀ ਨਹੀਂ ਗਏ, ਦੁਆਬੇ ਚ ਵੀ ਨਹੀਂ ਗਏ, ਉਹਨਾਂ ਨੇ ਮਾਲਵਾ ਖੇਤਰ ਦੇ ਵਿੱਚ ਰਹਿਣਾ ਠੀਕ ਸਮਝਿਆ, ਤੇ ਉਸ ਰੈਲੀ ਨੇ ਇਹ ਗੱਲ ਦੱਸ ਦਿੱਤੀ ਹੈ ਵੀ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਪਹਿਲਾਂ ਸੀ ਉਹ ਕਲੇਸ਼ ਅੱਜ ਵੀ ਹੈ ਤੇ ਸ਼ਾਇਦ ਕਦੇ ਮੁੱਕੇ ਵੀ ਨਾ। ਹੁਣ ਰਾਹੁਲ ਗਾਂਧੀ ਹੋਰੀ ਕਹਿੰਦੇ ਆ ਵੀ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਦੇ ਵਿੱਚ ਬੁਲਾਉਣਗੇ, ਪਤਾ ਨਹੀਂ ਵੀ ਉੱਥੇ ਉਹ ਕੀ ਉਹਨਾਂ ਨੂੰ ਸਮਝਾਉਣਗੇ ਵੀ ਭਾਈ ਤੱਤੇ ਨਹੀਂ ਹੋਈਦਾ ਬਾਹਲਾ, ਜਾਂ ਉਹ ਕਹਿਣਗੇ ਵੀ ਭਾਈ ਤੁਹਾਨੂੰ ਅਸੀਂ ਆਹ ਜ਼ਿੰਮੇਵਾਰੀ ਦਿੱਤੀ ਹੈ। ਪਰ ਨਾ ਵਿੱਚੋਂ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਹੈ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ, ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ। ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਤੁਹਾਨੂੰ ਬੱਧਨੀ ਕਲਾਂ ਦੀ ਰੈਲੀ ਦੇ ਵਿੱਚ ਤਲਖੀ ਨਾਲ ਬੋਲੇ ਸੀ, ਕੀ ਕਹੋਗੇ?
ਤੁਹਾਨੂੰ ਧੱਕਾ ਮਾਰਿਆ, ਇਹ ਗੱਲ ਕਹੀ ਹੈ ਵੀ ਹੁਣ ਪਰੇ ਹੋ ਜਾਓ ਜੀ, ਫਿਰ ਤੁਸੀਂ ਪਰਚੀ ਰੱਖਣ ਆਏ ਤਾਂ ਤੁਸੀਂ ਇਹ ਗੱਲ ਉਹਨਾਂ ਨੂੰ ਕਹੀ ਕਿ ਹਰੀ ਸ਼ਰਾਵਤ ਨੇ ਭੇਜੀ ਹੈ ਤਾਂ ਪਰਚੀ ਜਿਹੜੇ ਹੈਗੇ ਨੇ ਪੰਜਾਬ ਦੇ ਇੰਚਾਰਜ, ਪਰ ਉਹ ਕਹਿੰਦੇ ਵੀ ਆਹ ਘੋੜੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਤੇ ਲੱਤਾਂ ਕਿਤੇ ਹੋਰ ਮਾਰਿਓ ਤੇ ਹੁਣ ਮੈਨੂੰ ਬੋਲ ਲੈਣ ਦਿਓ, ਕੀ ਕਹੋਗੇ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਇਹ ਆ ਕਿ ਜੇਕਰ ਮੇਰੇ ਨਾਲ ਨਿੱਜੀ ਤੌਰ ਦੇ ਉੱਤੇ ਕੋਈ ਪੰਗਾ ਲਊ ਤਾਂ ਮੈਂ ਉਹਦੇ ਨਾਲ ਨਿੱਜੀ ਤੌਰ ਦੇ ਉੱਤੇ ਨਜਿੱਠ ਲੂੰ। ਅੱਛਾ ਜੀ। ਦੂਜੀ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਨੇ ਕਿਹੜਾ ਮੈਨੂੰ ਗਧਾ ਕਿਹਾ, ਨਵਜੋਤ ਸਿੰਘ ਸਿੱਧੂ ਨੇ ਤਾਂ ਇਸ਼ਾਰਾ ਮਾਤਰ ਗੱਲ ਕੀਤੀ ਹੈ ਤੇ ਗਧੇ ਦੀਆਂ ਲੱਤਾਂ ਵਾਲੀ ਜਿਹੜੀ ਵੀ ਗੱਲ ਆ, ਇਹ ਜਦੋਂ ਪਾਰਟੀ ਹਾਈ ਕਮਾਨ ਬੈਠੀ ਹੋਵੇ, ਰਾਹੁਲ ਗਾਂਧੀ ਹੋਰੀ ਬੈਠੇ ਹੋਣ, ਮੁੱਖ ਮੰਤਰੀ ਹੋਣ, ਉੱਥੇ ਪੰਜਾਬ ਦੇ ਇੰਚਾਰਜ ਹੋਣ, ਬਾਕੀ ਲੀਡਰਸ਼ਿਪ ਹੋਵੇ, ਉਦੋਂ ਫਿਰ ਮੇਰਾ ਇਸ ਮਾਮਲੇ ਦੇ ਉੱਤੇ ਕੁਝ ਬੋਲਣਾ ਉਚਿਤ ਨਹੀਂ ਆ। ਇਹ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਇਆ, ਉਹ ਜੋ ਕਰਦੇ ਆ ਕਰਨ, ਇਸ ਮਾਮਲੇ ਦੇ ਉੱਤੇ ਮੈਂ ਕੁਝ ਨਹੀਂ ਕਹਿਣਾ ਜੀ। ਦੇਖੋ ਟਾਣਾ ਸਾਹਿਬ, ਇੱਕ ਚੀਜ਼ ਤਾਂ ਤੁਸੀਂ ਵੀ ਜ਼ਰੂਰ ਧਿਆਨ ਦਿੱਤਾ ਹੋਵੇਗਾ ਉਧਰ ਕਿ ਇਹਨੂੰ ਕਹਿੰਦੇ ਆ ਸਿਆਣੇ ਹੱਥੀ ਕਿਸੇ ਵੀ ਗੱਲ ਦੇ ਉੱਪਰ ਪਰਦਾ ਪਾ ਦੇਣਾ। ਦੇਖੋ ਆਪਣੇ ਘਰ ਦੇ ਭੇਤ ਜਿਹੜੇ ਨੇ ਉਹ ਆਪਣੇ ਆਪ ਨੂੰ ਹੀ ਪਤਾ ਹੁੰਦੇ ਨੇ। ਹਰ ਘਰ ਦੇ ਵਿੱਚ 100 ਗੱਲਾਂ ਹੁੰਦੀਆਂ ਨੇ, 100 ਚੰਗੀਆਂ 100 ਮਾੜੀਆਂ, ਪਰ ਸਿਆਣਾ ਬੰਦਾ ਉਹੀ ਹੈ ਜਿਹੜਾ ਉਹਨਾਂ ਗੱਲਾਂ ਦੇ ਉੱਪਰ ਪਰਦਾ ਪਾ ਜਾਵੇ, ਉਹਨਾਂ ਨੂੰ ਘਰ ਤੱਕ ਹੀ ਰੱਖੇ, ਬਾਹਰ ਨਾ ਉਛਾਲੇ, ਹਨਾ। ਸੋ ਕਿਤੇ ਨਾ ਕਿਤੇ ਮੈਨੂੰ ਇਹ ਚੰਗੀ ਗੱਲ ਲੱਗੀ ਰੰਧਾਵਾ ਸਾਹਿਬ ਦੀ ਕਿ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਸੀ ਜਿਵੇਂ ਵੀ ਸੀ, ਕਿਉਂਕਿ ਕਿਸੇ ਨੇ ਵੀ ਇਹ ਮਸਲੇ ਹੱਲ ਨਹੀਂ ਕਰਨੇ, ਇਹ ਜੇ ਮੁੱਦੇ ਬਾਹਰ ਆਉਣਗੇ ਤਾਂ ਹੋਰ ਜ਼ਿਆਦਾ ਅੱਗੇ ਵਧਾਏ ਜਾਣਗੇ, ਘਟਾਏ ਨਹੀਂ ਜਾਣਗੇ, ਹਨਾ। ਸੋ ਇਹ ਉਹਨਾਂ ਦੇ ਲਈ ਸਿਆਣਪ ਵਾਲੀ ਗੱਲ ਹੈ ਵੀ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਪਰਦਾ ਪਾ ਦਿੱਤਾ ਤੇ ਆਪਣੇ ਤੱਕ ਹੀ ਇਸ ਗੱਲ ਨੂੰ ਸੀਮਤ ਰੱਖਿਆ, ਜਿਸ ਨਾਲ ਬਾਕੀਆਂ ਨੂੰ ਵੀ ਅੱਗੇ ਸਵਾਲ ਕਰਨ ਦਾ ਮੌਕਾ ਨਹੀਂ ਮਿਲਿਆ। ਜਾਣਕਾਰੀ ਚੈੱਕ ਹੋਰ ਵਾਧਾ ਕਰਾਂ, ਨਵਜੋਤ ਸਿੱਧੂ ਫੇਰ ਨਹੀਂ ਲੱਭਿਆ। ਉਸ ਦਿਨ ਉਹ ਦਿਸੇ ਆ ਤੇ ਨਵਜੋਤ ਸਿੰਘ ਸਿੱਧੂ ਹੁਣ ਕਿੱਥੇ ਆ ਤੇ ਕਦੋਂ ਉਹ ਮੁੜ ਕੇ ਪ੍ਰਗਟ ਹੋਣਗੇ, ਇਸ ਗੱਲ ਦੇ ਬਾਬਤ ਕੋਈ ਨਹੀਂ ਜਾਣਦਾ ਹੈਗਾ। ਪਰ ਜਿਸ ਤਰੀਕੇ ਦੇ ਨਾਲ ਤਲਖ ਕਲਾਮੀ ਮੰਚ ਦੇ ਉੱਤੇ ਨਜ਼ਰ ਆਈ ਆ, ਉਹਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਸਾਰੇ ਦੇ ਸਾਰੇ ਲੋਕ ਉਸ ਵਕਤ ਦੰਗ ਵੀ ਰਹਿ ਗਏ ਵੀ ਸਿੱਧੂ ਸਾਹਿਬ ਆ ਜਿਹੜੇ ਕੁਝ ਕੁ ਮਿੰਟ ਦੇ ਭਾਸ਼ਣ ਦੇ ਮੌਕੇ ਇੰਨੇ ਕੁ ਤਲਖ ਸੀ, ਇੰਨੇ ਕੁ ਤੱਤੇ ਸੀ ਵੀ ਜਿਵੇਂ ਉਹਨਾਂ ਨੇ ਅੰਦਰ ਬਹੁਤ ਸਾਰੀ ਭੜਾਸ ਆ, ਬਹੁਤ ਸਾਰੀ ਗਰਮੀ ਆ ਵੀ ਜਿਹੜੀ ਉਹ ਅੱਜ ਇੱਥੇ ਮਾਈਕ ਦੇ ਮੂਹਰੇ ਖੜ ਕੇ ਕੱਢਣੀ ਚਾਹੁੰਦੇ ਆ। ਪਰ ਇੱਕ ਨਵਾਂ ਪੰਗਾ ਵੀ ਪੈ ਗਿਆ। ਇੱਧਰ ਤਾਂ ਸਾਡੀ ਸੂਬੇ ਦੀ ਸਰਕਾਰ ਇੱਕ ਗੱਲ ਕਹੀ ਜਾਂਦੀ ਆ ਵੀ ਕਰੋਨਾ ਮੁੱਕ ਗਿਆ ਸਮਝ ਲਓ ਜੀ, ਕਰੋਨਾ ਤਾਂ ਗਿਆ ਸਮਝ ਲਓ। ਜਿਹੜੇ ਪਹਿਲੇ ਪੱਧਰ ਦੇ ਜਿਹਨੂੰ ਕਹਿੰਦੇ ਫਸਟ ਲੈਵਲ ਦੇ ਕਰੋਨਾ ਕੇਅਰ ਸੈਂਟਰ ਬਣਾਏ ਸੀਗੇ ਉਹ ਬੰਦ ਕਰ ਦਿੰਦੇ ਆ, ਕਹਿੰਦੇ ਵੀ ਅਸੀਂ ਬੰਦ ਕਰ ਦਿੱਤੇ ਆ ਕਿਉਂਕਿ ਹੁਣ ਮਰੀਜ਼ ਹੀ ਘਟ ਗਏ ਆ ਤੇ ਸਰਕਾਰੀ ਹਸਪਤਾਲਾਂ ਵਿੱਚ ਹੀ ਪ੍ਰਬੰਧ ਹੈਗਾ। ਪਰ ਉਧਰੋਂ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਆ ਜਿਹੜੇ ਬਲਵੀਰ ਸਿੰਘ ਸਿੱਧੂ, ਉਹ ਕਰੋਨਾ ਪੋਜ਼ਿਟਿਵ ਹੋ ਗਏ ਆ। ਉਧਰੋਂ ਹਰਿਆਣੇ ਦੇ ਜਿਹੜੇ ਉਪ ਮੁੱਖ ਮੰਤਰੀ ਆ ਦੁਸ਼ਯੰਤ ਚੌਟਾਲਾ, ਉਹ ਵੀ ਕਰੋਨਾ ਪੋਜ਼ਿਟਿਵ ਹੋ ਗਏ ਆ। ਤੇ ਇੱਕ ਹੋਰ ਪੰਗਾ ਪੈ ਗਿਆ ਕਿਉਂਕਿ ਉਸ ਦਿਨ ਬਲਵੀਰ ਸਿੰਘ ਸਿੱਧੂ, ਜਿੱਦੇ ਸਿੱਧੂ ਹੋਰੀ ਵੀ ਸੀਗੇ ਤੇ ਬਾਕੀ ਵੀ ਸੀਗੇ ਜਿਹੜੇ ਬਦਨੀ ਕਲਾਂ ਦੇ ਵਿੱਚ, ਉਸ ਦਿਨ ਉੱਥੇ ਇੱਕੋ ਮਾਈਕ ਦੀ ਵਰਤੋਂ ਕਰੀ ਗਏ ਆ। ਬਲਵੀਰ ਸਿੰਘ ਸਿੱਧੂ ਵੀ ਉੱਥੋਂ ਬੋਲੇ, ਕੈਪਟਨ ਅਮਰਿੰਦਰ ਸਿੰਘ ਵੀ ਉੱਥੋਂ ਬੋਲੇ, ਨਵਜੋਤ ਸਿੰਘ ਸਿੱਧੂ ਵੀ ਉੱਥੋਂ ਬੋਲੇ ਆ ਤੇ ਕਹਿੰਦੇ ਆ ਵੀ ਹੁਣ ਪੰਜਾਬ ਦੇ ਕਈ ਮੰਤਰੀਆਂ ਨੂੰ ਤੇ ਰਾਹੁਲ ਗਾਂਧੀ ਨੂੰ ਇਕਾਂਤਵਾਸ ਦੇ ਵਿੱਚ ਜਾਣਾ ਪੈ ਸਕਦਾ। ਓਹੋ, ਪਰ ਟਾਣਾ ਸਾਹਿਬ ਉਹ ਇੱਕ ਗੱਲ ਹੈ ਜਿਹੜੀ ਨਿਕਲ ਆਉਂਦੀ ਹੁੰਦੀ ਹੈ ਲੋਕਾਂ ਦੇ ਵਿੱਚ, ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਕਿਤੇ ਐਂ ਤਾਂ ਨਹੀਂ ਵੀ ਕਰੋਨਾ ਉਸੇ ਸਥਿਤੀ ਦੇ ਵਿੱਚ ਹੈ ਤੇ ਸਿਰਫ ਰੈਲੀਆਂ ਕੱਢਣ ਲਈ, ਬੰਦੇ ਵੱਧ ਇਕੱਠੇ ਕਰਨ ਦੇ ਲਈ ਇਹ ਸਾਰਾ ਕੁਝ ਕਹਿ ਦਿੱਤਾ ਗਿਆ ਹੋਵੇ ਕਿ ਮਤਲਬ ਮੁੱਕ ਗਿਆ ਕਰੋਨਾ, ਐਤਵਾਰ ਵਾਲਾ ਕਰਫਿਊ ਵੀ ਖੋਲ ਦਿਓ ਤੇ ਹੁਣ ਸਭ ਕੁਝ ਠੀਕ ਆ। ਮਤਲਬ ਉਹ ਇੱਕ ਗੱਲ ਹੈ, ਕਹਿਣਾ ਹੀ ਹੁੰਦਾ। ਦੇਖੋ ਅੱਜ ਇੱਕ ਬੰਦੇ ਨੇ ਸੁਨੇਹਾ ਭੇਜਿਆ, ਉਹ ਕਹਿੰਦਾ ਵੀ ਪਹਿਲਾਂ ਕਰੋਨਾ ਦੀ ਭਰਮਾਰ ਵੇਖ ਕੇ ਇਹ ਲੱਗਦਾ ਸੀ ਵੀ ਰੱਬ ਹੈ ਨਹੀਂ, ਕਿਸੇ ਵੀ ਚਮਤਕਾਰੀ ਸ਼ਖਸੀਅਤ ਨੇ ਤੁਹਾਨੂੰ ਬਚਾਉਣਾ ਨਹੀਂ, ਤਾਕਤ ਨੇ ਬਚਾਉਣਾ ਨਹੀਂ, ਪਰ ਹੁਣ ਕਹਿੰਦਾ ਰੈਲੀਆਂ ਵੇਖ ਕੇ ਇਉਂ ਲੱਗਦਾ ਵੀ ਕਰੋਨਾ ਹੈ ਨਹੀਂ, ਰੱਬ ਹੀ ਰੱਬ ਹੈ, ਰੱਬ ਹੀ ਹੈਗਾ, ਹੋਰ ਤਾਂ ਕੋਈ ਰਾਖਾ ਹੈ ਨਹੀਂਗਾ। ਸੋ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਭਾਈ। ਬਾਕੀ ਦੇਖੋ ਕੀ ਬਣਦਾ। ਵੈਸੇ ਉਡੀਕ ਕਰਦੇ ਆਂ ਵੀ ਹੁਣ ਕਿਹੜੀ ਪਾਰਟੀ ਟਰੈਕਟਰ ਲੈ ਕੇ ਕਿੱਧਰ ਨੂੰ ਤੁਰਦੀ ਆ। ਟਰੈਕਟਰ ਖੇਤਾਂ ਦਾ ਰਾਜਾ ਹੁੰਦਾ ਸੀਗਾ, ਹੈਗਾ ਵੀ ਆ, ਪਰ ਹੁਣ ਸੜਕਾਂ ਦਾ ਰਾਜਾ ਬਣਾਤਾ ਜੀ। ਬਿਲਕੁਲ ਵੋਟਾਂ ਦਾ ਰਾਜਾ, ਵੋਟਾਂ ਦਾ ਰਾਜਾ ਬਣਾਤਾ। ਬਿਲਕੁਲ ਸਹੀ। ਅਰਮਨ ਜੀ, ਕੋਈ ਕੁਛ ਵੀ ਕਵੇ ਵੀ ਜਿਹੜੇ ਇਹ ਖੇਤੀ ਕਾਨੂੰਨ ਆ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ, ਭਾਜਪਾ ਦੀ ਤਾਂ ਚਲੋ ਮਜਬੂਰੀ ਆ ਜੀ, ਉਹ ਤਾਂ ਵਾਰ-ਵਾਰ ਇੱਕੋ ਗੱਲ ਕਹਿ ਰਹੇ ਆ ਭਾਜਪਾ ਨੇਤਾ ਵੀ ਅਸੀਂ ਤਾਂ ਜੀ ਬਹੁਤ ਕਮਾਲ ਕੀਤੀ ਆ, ਵਧਾਈਆਂ ਤੁਹਾਨੂੰ ਬਹੁਤ-ਬਹੁਤ। ਕਿਉਂਕਿ ਜਦੋਂ ਉਹਨਾਂ ਨੇ ਕਦੇ ਹਲ ਦਾ ਮੁੰਨਾ ਆਪ ਫੜਿਆ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸੁਹਾਗੇ ਤੇ ਬੈਠ ਕੇ ਬੰਦਾ ਕੀ ਮਹਿਸੂਸ ਕਰਦਾ ਤੇ ਵਾਹਣ ਕਿਵੇਂ ਪੱਧਰਾ ਕਰਨਾ ਹੁੰਦਾ। ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਵੀ ਖੇਤ ਦੇ ਵਿੱਚੋਂ ਡਲੇ ਆ ਜਿਹੜੇ ਉਹ ਕਿਵੇਂ ਭੁਰਦੇ ਆ ਤੇ ਕਿਵੇਂ ਮਰਦੇ ਆ, ਤੇ ਉਹਨਾਂ ਨੇ ਤਾਂ ਬਸ ਗੱਲਾਂ ਹੀ ਕਰਨੀਆਂ ਤੇ ਗੱਲਾਂ ਦਾ ਕੜਾਹੀ ਬਣਾਉਣਾ, ਤੇ ਫਿਰ ਮਿੱਠਾ ਕਿਹੜੀ ਗੱਲੋਂ ਘੱਟ ਪਾਉਣਾ। ਪਰ ਨਾ ਇੱਕ ਬਿਹਾਰ ਤੋਂ ਕਿਸਾਨ ਆਇਆ, ਤੁਸੀਂ ਕਹੋਗੇ ਵੀ ਕਿਸਾਨ ਆਇਆ ਇਹ ਕਿਉਂ ਕਹਿੰਦੇ ਹੋ ਵੀ ਜੇ ਕਿਸਾਨ ਆ ਤਾਂ ਬਿਹਾਰ ਦੇ ਵਿੱਚ ਹੀ ਕਿਉਂ ਨਾ ਰਵੇ। ਮੈਂ ਤੁਹਾਨੂੰ ਪੁੱਛਣ ਹੀ ਲੱਗੀ ਸੀ। ਬਿਹਾਰ ਦੇ ਵਿੱਚ ਮਧਪੁਰਾ ਖੇਤਰ ਆ ਜੀ, ਉਸ ਖੇਤਰ ਦਾ ਇੱਕ ਕਿਸਾਨ ਆ 5 ਕਿੱਲੇ ਜ਼ਮੀਨ ਦਾ ਮਾਲਕ। ਅੱਛਾ ਜੀ। ਜਿਹੜਾ ਝੋਨੇ ਦੀ ਖੇਤੀ ਵੀ ਕਰਦਾ ਤੇ ਕਣਕ ਦੀ ਵੀ ਕਰਦਾ, ਕ੍ਰਿਸ਼ਨ ਕੁਮਾਰ ਉਹਦਾ ਨਾਂ। ਉਹ ਪੰਜਾਬ ਦੇ ਵਿੱਚ ਆਪਣੇ ਬਾਪ ਦੇ ਸਮੇਤ 2500 ਰੁਪਇਆ ਖਰਚ ਕੇ ਪਹੁੰਚਿਆ। ਉਹ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਇਸ ਵੇਲੇ, ਮੰਡੀ ਦੇ ਵਿੱਚ ਵੀ ਕੰਮ ਕਰਦਾ ਉਹਦਾ ਪਿਓ। ਪਰ ਉਹਨੇ ਜਾਣਕਾਰੀ ਦਿੱਤੀ ਆ ਵੀ ਬਿਹਾਰ ਦੇ ਵਿੱਚ ਇਹ ਖੇਤੀ ਕਾਨੂੰਨ ਆ ਨਾ ਜਿਹੜਾ, ਉਹ ਲਾਗੂ ਹੋਇਆ ਕਈ ਵਰੇ ਪਹਿਲਾਂ। ਉਹ ਕਹਿੰਦਾ ਜੀ ਕਿ ਜਿਹੜੀਆਂ ਉੱਥੋਂ ਦੀਆਂ ਮੰਡੀਆਂ
ਉਹ ਭੰਗ ਕਰਕੇ ਤੇ ਪ੍ਰਾਈਵੇਟ ਹੱਥਾਂ ਦੇ ਵਿੱਚ ਫਸਲ ਦੀ ਖਰੀਦ ਵਿੱਚ ਚਲੀ ਗਈ ਆ ਜੀ। ਉਹ ਕਹਿੰਦਾ ਵੀ ਜਿਹੜੀ MSP ਹੁੰਦੀ ਆ ਉਹਦੇ ਨਾਲੋਂ ਕਾਫੀ ਘੱਟ ਮੁੱਲ ਦੇ ਉੱਤੇ ਕਣਕ ਵਿਕਦੀ ਆ ਉੱਥੇ ਬਿਹਾਰ ਦੇ ਵਿੱਚ, ਕਾਫੀ ਘੱਟ ਮੁੱਲ ਦੇ ਉੱਤੇ ਉੱਥੇ ਝੋਨਾ ਖਰੀਦਿਆ ਜਾਂਦਾ, ਜਿਹਦੇ ਕਰਕੇ ਸਾਡੇ ਪੱਲੇ ਕੱਖ ਨਹੀਂ ਪੈਂਦਾ। ਉਹ ਕਹਿੰਦਾ ਜੀ ਕਿ ਮੈਂ 2 ਕਿੱਲੇ ਮੱਕੀ ਬੀਜੀ ਸੀ, ਪਰ ਮੱਕੀ ਦਾ ਭਾਅ ਇੰਨਾ ਥੋੜਾ ਮਿਲਿਆ ਵੀ ਸਾਰੇ ਖਰਚੇ ਕੱਢ ਕੇ ਬਿਜਾਈ, ਵਹਾਈ, ਸਪਰੇਅ, ਰੇ, ਪਾਣੀ ਦੇ ਖਰਚੇ ਕੱਢ ਕੇ ਮੈਨੂੰ 2 ਕਿੱਲਿਆਂ ਦੇ ਵਿੱਚੋਂ 6 ਮਹੀਨਿਆਂ ਬਾਅਦ 400 ਰੁਪਈਆ ਬਚਿਆ। ਤੇ ਇਸ ਕਰਕੇ ਉਹ ਕਹਿੰਦਾ ਜੀ ਮੈਂ ਪੰਜਾਬ ਦੇ ਵਿੱਚ ਖੇਤੀਬਾੜੀ ਚਾਹੁੰਦਾ ਕਰਾਂ ਭਵਿੱਖ ਦੇ ਵਿੱਚ, ਜਾਂ ਕਿਸੇ ਦੇ ਸਿਰੀ ਲੱਗ ਜਾ ਭਾਵੇਂ, ਜਾਂ ਮੈਂ ਮੰਡੀਆਂ ਦੇ ਵਿੱਚ ਕੰਮ ਕਰਾਂ। ਤੇ ਜੇਕਰ ਉਹ ਕਹਿੰਦਾ ਵੀ ਇੱਥੇ ਪੰਜਾਬ ਦੇ ਵਿੱਚ ਖੇਤੀ ਕਾਨੂੰਨ ਜਿਵੇਂ ਕਿ ਲਾਗੂ ਹੋ ਗਏ ਦੇਸ਼ ਦੇ ਵਿੱਚ, ਇਹ ਜੰਗੀ ਪੱਧਰ ਦੇ ਉੱਤੇ ਲਾਗੂ ਹੁੰਦੇ ਆ, ਤਾਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਵੀ ਕਿਸੇ ਹੋਰ ਥਾਂ ਦੇ ਉੱਤੇ ਜਾਣਗੇ ਦਿਹਾੜੀਆਂ ਕਰਨ। ਉਹ ਕਹਿੰਦਾ ਅਸੀਂ ਤਾਂ ਬਿਹਾਰੋਂ ਇੱਥੇ ਆ ਗਏ ਆ, ਪਰ ਤੁਸੀਂ ਕਿੱਥੇ ਜਾਓਗੇ, ਸਵਾਲ ਇਹ ਆ। ਬਿਲਕੁਲ ਸਹੀ ਗੱਲ ਹੈ। ਔਰ ਇਹਨਾਂ ਗੱਲਾਂ ਦਾ ਕਰਕੇ ਤਾਂ ਟਾਣਾ ਸਾਹਿਬ ਕਿਸਾਨ ਅੱਜ ਤੁਸੀਂ ਵੇਖੋ ਵੀ ਕੀ ਕੁਝ ਕਹਿ ਰਹੇ ਨੇ ਤੇ ਕੀ ਕੁਝ ਉਹਨਾਂ ਨੂੰ ਹੰਡਾਉਣਾ ਪੈ ਰਿਹਾ ਹੈ। ਪਰ ਸਾਡੀਆਂ ਸਰਕਾਰਾਂ ਮੈਨੂੰ ਸਮਝ ਨਹੀਂ ਆਉਂਦੀਆਂ, ਵੀ ਕਹਿੰਦੀਆਂ ਤਾਂ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਨੇ, ਕਹਿੰਦੀਆਂ ਤਾਂ ਇਹ ਹੈ ਕਿ ਅਸੀਂ ਸਾਰਾ ਕੁਝ ਠੀਕ ਕਰਨ ਲਈ ਆਈਆਂ, ਪਰ ਅਸਲ ਦੇ ਵਿੱਚ ਉਹ ਕਰ ਕੀ ਰਹੀਆਂ ਨੇ ਤੇ ਕਿਉਂ ਕਰ ਰਹੀਆਂ ਨੇ, ਇਹਦਾ ਜਵਾਬ ਜਿਹੜਾ ਅੰਦਰ ਖਾਤੇ ਤਾਂ ਸਾਰਿਆਂ ਨੂੰ ਪਤਾ ਹੈ, ਪਰ ਬਾਹਰ ਨਹੀਂ ਆ ਰਿਹਾ। ਬਿਲਕੁਲ। ਤੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਵੀ ਅਜਮੇਰ ਸਿੰਘ ਲੱਖੋਵਾਲ ਹੋਰਾਂ ਦੀ ਜਥੇਬੰਦੀ ਦੇ ਉੱਤੇ 100 ਸਵਾਲ ਉੱਠੇ ਆ ਜੀ, ਕਿਉਂਕਿ ਉਹਨਾਂ ਨੇ ਕਾਲੇ ਕਦਮੀ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ। ਜਦੋਂ ਰੌਲਾ ਪੈ ਗਿਆ ਤੇ ਉਹਨਾਂ ਦੀ ਆਪਣੇ ਜਥੇਬੰਦੀ ਦੇ ਆਗੂ ਆ ਜਿਹੜੇ ਉਹ ਅਸਤੀਫੇ ਦੇਣ ਲੱਗ ਪਏ ਜੀ। ਜਦੋਂ ਇਹ ਰੌਲਾ ਪਿਆ ਵੀ ਇਹਨਾਂ ਨੇ ਤਾਂ ਕਿਸੇ ਨੂੰ ਭਰੋਸੇ 'ਚ ਹੀ ਨਹੀਂ ਲਿਆ ਤੇ ਕਮਜ਼ੋਰ ਜੀ ਪਟੀਸ਼ਨ ਪਾ ਕੇ ਤੇ ਬਾਅਦ ਦੇ ਵਿੱਚ ਕੇਸ ਹਾਰ ਜਾਣਾ ਤੇ ਬਾਅਦ ਦੇ ਵਿੱਚ ਆਪਣੀ ਪਿੱਠ ਲੱਗ ਜਾਣੀ ਆ। ਤੇ ਹੁਣ ਉਹ ਕਹਿੰਦੇ ਵੀ ਮੈਨੂੰ ਪਤਾ ਲੱਗਾ ਵੀ ਜਿਹੜੀ ਅਦਾਲਤੀ ਪ੍ਰਕਿਰਿਆ ਨੇ ਇਹਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਅਸੀਂ ਆਪਣੀ ਪਟੀਸ਼ਨ ਵਾਪਸ ਲੈ ਲੈਣੀ ਆ ਜੀ। ਮਤਲਬ 24 ਘੰਟੇ 'ਚ ਹੀ ਸਮਝ ਆ ਗਈ ਵੀ ਅਦਾਲਤੀ ਪ੍ਰਕਿਰਿਆ ਸਹੀ ਨਹੀਂ ਦੇਸ਼ ਦੀ। ਪਰ ਮੈਨੂੰ ਹੁਣ ਇੱਕ ਗੱਲ ਹੋਰ ਚੇਤੇ ਆ ਰਹੀ ਆ ਕਿ ਮੈਂ ਵਾਰ-ਵਾਰ ਇਹ ਗੱਲ ਕਹਿਣਾ ਕਿ ਕਿਸਾਨੀ ਸੰਘਰਸ਼ ਨੂੰ ਸੰਨ ਆਪਣਿਆਂ ਨਹੀਂ ਲਾਉਣੀ ਆ ਜੀ, ਕਿਸਾਨ ਵੇਚ ਦਿੱਤੇ ਜਾਣੇ ਆ। ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਂਦਾ, ਬਹੁਤ ਸਾਰੇ ਇਸ ਵਕਤ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਲੋਕ ਹੈਗੇ ਆ। ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ ਜੀ, ਕਹਿੰਦੇ ਵੀ ਇੱਕ ਵਾਰ ਨਾ ਕਈ ਪੰਜਾਬ ਦੇ ਲੋਕ ਇਕੱਠੇ ਹੋ ਗਏ, ਉਹ ਕਹਿੰਦੇ ਵੀ ਆਪਾਂ ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਕਬਜ਼ਾ ਕਰਨਾ। ਅੱਛਾ ਜੀ। ਲਓ ਜੀ, ਬੰਦੇ ਇਕੱਠੇ ਹੋ ਗਏ, ਇੱਥੋਂ ਤੁਰ ਪਏ, ਸ਼ੰਭੂ ਬੈਰੀਅਰ ਤੇ ਚਲੇ ਗਏ। ਲਓ ਜੀ, ਉੱਥੋਂ ਨਿਕਲੇ, ਅੱਗੇ ਸ਼ਹਿਰ ਚਲੇ ਗਏ, ਉਹ ਪਾਰ ਕਰ ਗਏ, ਫਿਰ ਅਗਲੇ ਸ਼ਹਿਰ 'ਚ ਵੜ ਗਏ, ਉਹ ਪਾਰ ਕਰਕੇ ਦਿੱਲੀ ਦੇ ਵਿੱਚ ਪਹੁੰਚ ਗਏ। ਦਿੱਲੀ ਵਾਲਿਆਂ ਨੂੰ ਵੀ ਖਬਰ ਸੀ ਵੀ ਇਹ ਤਖਤ ਦੇ ਉੱਤੇ ਕਬਜ਼ਾ ਕਰਨ ਆ ਰਹੇ ਆ। ਉਹਨਾਂ ਨੇ ਜਾਣਸਾਰੀ ਉਹਨਾਂ ਨੂੰ ਪੁੱਛਿਆ, ਜਦੋਂ ਪਹੁੰਚੇ ਉੱਥੇ ਕਹਿੰਦੇ ਵੀ ਇਹ ਦੱਸੋ ਵੀ ਤੁਹਾਡੇ ਵਿੱਚੋਂ ਕਿਹੜੇ ਇੱਕ ਨੇ ਤਖਤ ਤੇ ਬਹਿਣਾ। ਲਓ ਜੀ, ਨਾਲ ਦੀ ਨਾਲ ਥੱਪੜੋ ਥੱਪੜੀ ਹੋ ਗਏ, ਸਿਰ ਪਾੜਨ ਲੱਗ ਪਏ। ਦਿੱਲੀ ਵਾਲੇ ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਨਾਂ ਨੇ ਇਉਂ ਹੀ ਕਰਨਾ। ਸੋ ਇਸ ਕਰਕੇ ਬੇਨਤੀ ਹੈ ਹੱਥ ਜੋੜ ਕੇ ਕਿ ਲੰਬੜਦਾਰੀਆਂ ਆਪਾਂ ਛੱਡ ਗਏ, ਨੰਬਰ ਬਣਾਉਣੇ ਛੱਡ ਗਏ, ਰਾਜਨੀਤਿਕ ਲੋਕਾਂ ਦੀ ਗੋਦੀ ਦੇ ਵਿੱਚ ਬੈਠ ਕੇ ਤੇ ਪ੍ਰੈਸ ਬਿਆਨ ਦੇਣੇ ਬੰਦ ਕਰ ਗਏ। ਲੋੜ ਇਸ ਵਕਤ ਕਿਸਾਨੀ ਨੂੰ ਬਚਾਉਣ ਦੀ ਆ, ਲੋੜ ਇਸ ਵਕਤ ਖੇਤ ਮਜ਼ਦੂਰਾਂ ਦੇ ਵਾਸਤੇ ਕੰਮ ਕਰਨ ਦੀ ਆ। ਕਿਤੇ ਇਹ ਨਾ ਹੋਵੇ ਤਖਤ ਦੇ ਉੱਤੇ ਕਬਜ਼ਾ ਕਰਨ ਦੇ ਚੱਕਰ ਦੇ ਵਿੱਚ ਚਪੇੜੋ ਚਪੇੜੀ ਆਪ ਹੀ ਹੋ ਜਾਈਏ। ਜੱਜ ਦਾ ਵਿਚਾਰ। ਤੇ ਟਾਣਾ ਸਾਹਿਬ, ਅਗਲੀਆਂ ਖਬਰਾਂ ਵੱਲ ਵਧੀਆ ਹੁਣ। ਬਿਲਕੁਲ ਜੀ। ਤੁਸੀਂ ਸੋਫੀਆ ਫਲੋਰੀਓ ਨੂੰ ਜਾਣਦੇ ਹੋ? ਬਿਲਕੁਲ ਜਾਣਦਾ, 9ਵੀਂ ਕਲਾਸ 'ਚ ਪੜ੍ਹਦੀ ਸੀ, ਮੇਰੇ ਤੋਂ ਸੀ 1 ਕਲਾਸ ਪਿੱਛੇ। ਸਲੇਟੀਆਂ ਖਾਂਦੀ ਹੁੰਦੀ ਸੀ। ਓਕੇ। ਕਈ ਵਾਰੀ ਤਾਂ ਜਦੋਂ ਅੱਧੀ ਛੁੱਟੀ ਹੁੰਦੀ ਸੀ ਤੇ ਝੋਲੇ 'ਚੋਂ ਡੱਬਾ ਕੱਢ ਕੇ ਰੋਟੀ ਵਾਲਾ ਤੇ ਰੋਟੀ ਭੜਕਾ ਦਿੰਦੀ ਸੀ। ਅੱਛਾ ਅੱਛਾ, ਖਾ ਜਾਂਦੀ ਸੀ। ਓਕੇ, ਫਿਰ ਤਾਂ ਤੁਸੀਂ ਵਾਲਟਰ ਮਰੇਨੋ ਨੂੰ ਵੀ ਜਾਣਦੇ ਹੋਵੋਗੇ। ਵਾਲਟਰ ਮਰੇਨੋ ਤਾਂ ਮੇਰੇ ਕੋਲ ਨਕਲ ਮਾਰ ਕੇ ਪਾਸ ਹੁੰਦਾ ਰਿਹਾ। ਮੈਂ ਜੋ ਲਿਖਦਾ ਸੀਗਾ ਤੇ ਉਹੀ ਉਹ ਲਿਖਦਾ ਸੀ। ਕਈ ਵਾਰੀ ਤਾਂ ਉਹਨੂੰ ਜਦੋਂ ਨੰਬਰ ਨਾ ਚੰਗੇ ਆਉਣੇ, ਅਧਿਆਪਕਾਂ ਨੇ ਬੜਾ ਥਾਪੜੇ ਲਾਉਣੇ ਉਹਦੇ। ਅੱਛਾ ਅੱਛਾ। ਹਾਂਜੀ, ਮੇਰੀ ਫੱਟੀ ਉਹੀ ਪੁੱਛਦਾ ਸੀ। ਹੁਣ ਪਤਾ ਨਹੀਂ ਕਿਹਦੀ ਪੁੱਛਣ ਲੱਗਾ ਉਹ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਫਿਰ ਤਾਂ ਤੁੱਕਿਆਂ ਦੇ ਅਚਾਰ ਨਾਲ ਪਰੌਂਠੀਆਂ ਵੀ ਇਕੱਠੇ ਖਾਂਦੇ ਹੋਵੋਗੇ। ਮੈਂ ਨਾ ਵਾਲਟਰ ਤੁੱਕਿਆਂ ਦੇ ਅਚਾਰ ਨਾਲ ਖਾਂਦਾ ਸੀ, ਸੋਫੀਆ ਗੰਢਾ ਗੋਡੇ ਤੇ ਭੰਨ ਕੇ ਤੇ ਫਿਰ ਖਾਂਦੀ ਹੁੰਦੀ ਸੀ। ਕਾਫੀ ਮਜ਼ਬੂਤ ਗੋਡਾ ਰਿਹਾ ਉਹਦਾ, ਹੈ ਨਾ? ਫਿਰ ਤਾਂ ਤੁਹਾਨੂੰ ਸਾਰੀ ਕਹਾਣੀ ਵੀ ਪਤਾ ਹੋਣੀ ਹੈ ਦੋਵਾਂ ਦੀ ਵੀ ਕੀ ਹੈ। ਤੇ ਆਪਾਂ ਮੈਂ ਫਿਰ ਖਬਰ ਦੱਸਣ ਨੂੰ ਰਹਿਣ ਦਿੰਨੀ ਆ, ਤੁਸੀਂ ਦੱਸ ਦਿਓ ਵੀ ਕੀ ਹੋਇਆ। ਮੈਂ ਦੱਸਦਾ ਇੰਨਾ ਕੁ, ਹੋਰ ਨਿੱਜੀ ਗੱਲਾਂ ਥੋੜੀ ਦੱਸਣੀਆਂ। ਤੁਸੀਂ ਕਿਹਾ ਮੈਨੂੰ ਸਾਰਾ ਕੁਝ ਪਤਾ ਹੈ। ਬਹੁਤ ਆ ਇੰਨਾ। ਟਾਣਾ ਸਾਹਿਬ, ਦੋਵਾਂ ਦਾ ਨਾਂ ਇਸ ਵੇਲੇ ਸੁਰਖੀਆਂ 'ਚ ਹੈ, ਖਬਰਾਂ 'ਚ ਹੈ, ਤੇ ਤੁਹਾਨੂੰ ਕਾਰਨ ਵੀ ਪਤਾ ਹੋਊਗਾ ਕਿਉਂਕਿ ਹੁਣ ਤਾਂ ਸੁਖਨਾ ਵੀਡੀਓ ਕਾਲਿੰਗ ਆ ਗਈ, ਮੋਬਾਈਲ ਫੋਨ ਆ ਗਏ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ ਤੁਹਾਡੀਆਂ। ਨਹੀਂ, ਮੈਂ ਤਾਂ ਤੁਹਾਨੂੰ ਇਹ ਗੱਲਾਂ ਸਾਰੀਆਂ ਤਾਂ ਕਹੀਆਂ, ਤੁਸੀਂ ਮੈਨੂੰ ਕਿਹਾ ਵੀ ਤੁਹਾਨੂੰ ਸੋਫੀਆ ਬਾਰੇ ਪਤਾ, ਵੀ ਸੋਫੀਆ ਦਾ ਮੈਂ ਆਧਾਰ ਕਾਰਡ ਬਣਾ ਕੇ ਆਇਆ। ਤੁਸੀਂ ਕਿੰਨੀ ਛੇਤੀ ਬਦਲਦੇ ਆ। ਤੁਸੀਂ ਮੈਨੂੰ ਪੁੱਛਿਆ ਹੀ ਕਿਉਂ ਵੀ ਸੋਫੀਆ ਦਾ ਪਤਾ? ਤੁਸੀਂ ਮੈਨੂੰ ਕਹੋ ਵੀ ਰੂਬੀ ਬਾਰੇ ਪਤਾ, ਤੁਸੀਂ ਮੈਨੂੰ ਕਹੋ ਤਮੰਨਾ ਬਾਰੇ ਪਤਾ, ਤੁਸੀਂ ਮੈਨੂੰ ਕਹੋ ਸਰਲਾ ਬਾਰੇ ਪਤਾ, ਤੁਸੀਂ ਕਹੋ ਹਰਮਨ ਥਿੰਦ ਬਾਰੇ ਪਤਾ, ਤੁਸੀਂ ਮੈਨੂੰ ਕਹੋ ਲਵਦੀਪ ਸਿੰਘ ਬਾਰੇ ਪਤਾ, ਤੁਸੀਂ ਮੈਨੂੰ ਕਹੋ ਸੰਜੋਤ ਸਿੰਘ ਬਾਰੇ ਪਤਾ, ਫਿਰ ਤਾਂ ਮੈਂ ਮੰਨਾਂ। ਅੱਛਾ, ਪਰ ਤੁਸੀਂ ਕਹਿੰਦੇ ਸੋਫੀਆ ਬਾਰੇ ਪਤਾ। ਓਕੇ, ਫਿਰ ਇਹ ਰੂਬੀ, ਸਰਲਾ, ਤਮੰਨਾ ਤੇ ਇਹ ਸਾਰੇ ਕੌਣ ਨੇ, ਇਹਨਾਂ ਬਾਰੇ ਪਤਾ? ਬਿਲਕੁਲ ਪਤਾ। ਕੋਈ ਪੱਤਰਕਾਰ ਆ ਬੀਬੀ, ਕੋਈ ਮੇਰਾ ਮਿੱਤਰ ਕੈਮਰਾਮੈਨ ਆ, ਕੋਈ ਕਿਵੇਂ ਆ, ਉਹ ਕਿਵੇਂ ਆ। ਅੱਛਾ ਅੱਛਾ ਅੱਛਾ। ਤੇ ਟਾਣਾ ਸਾਹਿਬ, ਸੋਫੀਆ ਬਾਰੇ ਆਪਾਂ ਸਿੱਧਾ ਹੀ ਕਹਿ ਦਿੰਦੇ ਵੀ ਮੈਂ ਨਹੀਂ ਜਾਣਦਾ,
ਇੰਨੀ ਗੱਲ ਵਧਣੀ ਨਹੀਂ ਸੀ ਉਦਾਂ, ਨਾ ਹੀ ਇੰਨੇ ਮਿੰਟ ਖਰਾਬ ਹੋਣੇ ਸੀ। ਆਪਾਂ ਸਿੱਧੀ ਖਬਰ ਤੇ ਆਉਂਦੇ ਤਾਂ ਗੱਲ ਸਾਰੀ ਮੁੱਕ ਜਾਂਦੀ। ਆਪਾਂ ਨੂੰ ਭੂਮਿਕਾ ਬੰਨਣ ਦੀ ਆਦਤ ਕਿਉਂ ਆ ਹਰ ਕਿਸੇ ਤੇ? ਕਦੋਂ ਜਾਊਗੀ? ਮਾੜਾ ਜਾ ਵਿਸਤਾਰ ਸੇ। ਮੈਨੂੰ ਨਹੀਂ ਪਤਾ ਕਦੋਂ ਜਾਊਗੀ, ਪਰ ਜਿਹੜੀ ਚੀਜ਼ ਆ ਗਈ ਮੈਂ ਜਾਣ ਦਿੰਦਾ ਨਹੀਂ। ਉਹ ਇਹਨਾਂ ਦੋਵਾਂ ਦਾ ਨਾਂ ਬਹੁਤ ਚਰਚਾ ਦੇ ਵਿੱਚ ਹੈ। ਇਹਨਾਂ ਦੋਵਾਂ ਨੇ ਕਰਾਉਣਾ ਹੈਗਾ ਵਿਆਹ। ਹਾਂ, ਤੇ ਜਿਹੜੇ ਵਾਲਟਰ ਸਾਹਿਬ ਨੇ, ਇਹਨਾਂ ਨੇ ਸੋਚਿਆ ਸੀ ਵੀ ਇਟਲੀ ਚ ਲਿਜਾ ਕੇ ਸੋਫੀਆ ਨੂੰ, ਤੇ ਉੱਥੇ ਮੈਂ ਪ੍ਰਪੋਜ਼ ਕਰੂੰਗਾ, ਉੱਥੇ ਉਹਨੂੰ ਮੈਂ ਵਿਲ ਯੂ ਮੈਰੀ ਮੀ ਕਹੂੰਗਾ। ਹਾਂ ਹਨਾ, ਪਰ ਉਹ ਇਟਲੀ ਹੁਣ ਤੁਹਾਨੂੰ ਪਤਾ ਹਾਲਾਤ ਜੋ ਚੱਲ ਰਹੇ, ਜਾ ਨਹੀਂ ਸਕਿਆ ਉੱਥੇ। ਉਹਨੇ ਇੱਕ ਨਵੀਂ ਸਕੀਮ ਘੜੀ, ਉਹਨੇ ਪੀਜ਼ਾ ਲੈ ਕੇ ਗਿਆ ਉਹ, ਤੇ ਫੇਰ ਕੁੜੀ ਨੂੰ ਪ੍ਰਪੋਜ਼ ਕੀਤਾ। ਮੈਂ ਤਾਂ ਬਈ ਥੋੜਾ ਹੈਰਾਨ ਆ ਇਸ ਬੰਦੇ ਦੀ। ਇਹ ਜਿਹੜੀ ਸੋਫੀਆ ਨਾ, ਇਹ ਮਿੱਤਰੀ ਹੈਗੀ ਆ ਬੜੇ ਲੰਮੇ ਸਮੇਂ ਤੋਂ। ਦੋਵੇਂ ਜਾਣੇ ਘੁੰਮਦੇ ਫਿਰਦੇ ਆ। ਚਲੋ ਬੰਦੇ ਦੀ ਨਿੱਜੀ ਜ਼ਿੰਦਗੀ ਆ, ਜਦੋਂ ਸੋਫੀਆ ਦੇ ਘਰਦਿਆਂ ਨੂੰ ਕੋਈ ਸਮੱਸਿਆ ਨਹੀਂ, ਮੈਨੂੰ ਕਾਹਦੀ ਸਮੱਸਿਆ ਹੋਵੇ। ਉਹ ਘੁੰਮਦੇ ਫਿਰਦੇ ਆ, ਦੋਵੇਂ ਜਾਣੇ ਵਿਆਹ ਵੀ ਕਰਵਾਉਣਾ ਚਾਹੁੰਦੇ ਆ, ਪਰ ਗੋਰੇ ਆ, ਕੁੰਡੀ ਜੀ ਵਿਚਾਲੜੀ ਖੋਲਦੇ ਨਹੀਂ ਛੇਤੀ। ਉਹ ਘੁੰਮਦੇ ਫਿਰਦੇ ਵੀ ਆ, ਤੇ ਪੈਗ ਪੁਗ ਵੀ ਲਾਉਂਦੇ ਆ, ਤੇ ਨੱਚਦੇ ਨੁੱਚਦੇ ਵੀ ਆ, ਕਲੱਬਾਂ ਕਲੁੱਬਾਂ ਚ ਵੀ ਜਾਂਦੇ ਆ। ਪਰ ਵਿਲ ਯੂ ਮੈਰੀ ਮੀ ਕਹਿੰਦਾ ਵੀ ਮੈਂ ਬਹੁਤ ਯਾਦਗਾਰੀ ਤਰੀਕੇ ਨਾਲ ਕਹਿਣਾ। ਇਹ ਲੰਡਨ ਦੇ ਆ। ਕਹਿੰਦਾ ਵੀ ਮੁੰਡਾ ਕਹਿੰਦਾ ਵੀ ਅਸੀਂ ਸੋਚਿਆ ਸੀਗਾ ਵੀ ਭਾਈ ਕਿਤੇ ਜਾਵਾਂਗੇ, ਮੈਂ ਮਨ ਦੇ ਵਿੱਚ ਇਹ ਹਸਰਤ ਪਾਲੀ ਸੀ ਵੀ ਇਹਨੂੰ ਅਚਾਨਕ ਹੈਰਾਨ ਕਰੂੰਗਾ ਮੈਂ ਕਹਿ ਕੇ ਵੀ ਮੇਰੇ ਨਾਲ ਵਿਆਹ ਕਰਵਾਏਂਗੀ। ਆ ਲੋਕਡਾਊਨ ਦੇ ਕਰਕੇ, ਤਾਲਾਬੰਦੀ ਕਰਕੇ, ਕਹਿੰਦਾ ਸਾਰੀਆਂ ਸਦਰਾਂ ਹੀ ਬਲੂੰਦਰੀਆਂ ਗੰਗਾ। ਕਹਿੰਦਾ ਵੀ ਫਿਰ ਮੈਂ ਇੱਕ ਦਿਨ ਇਹਨੂੰ ਲੈ ਗਿਆ ਨਾਲ। ਮੈਂ ਕਿਹਾ ਵੀ ਤੈਨੂੰ ਇਟਲੀ ਲੈ ਕੇ ਜਾਣਾ ਸੀਗਾ ਘੁਮਾਉਣ ਫਿਰਾਉਣ ਦੇ ਲਈ, 10-12 ਦਿਨ ਦਾ ਟੂਰ ਹੋਣਾ ਸੀਗਾ। ਤੇ ਕਹਿੰਦਾ ਮੈਂ ਇਹਨੂੰ ਲੈ ਗਿਆ ਇੱਕ ਰੈਸਟੋਰੈਂਟ ਦੇ ਵਿੱਚ। ਉੱਥੇ ਕਹਿੰਦਾ ਵੀ ਇਹਦਾ ਮੈਂ ਪਸੰਦੀਦਾ ਪੀਜ਼ਾ ਮੰਗਵਾਇਆ। ਪੀਜ਼ੇ ਦੇ ਉੱਤੇ ਲਿਖਿਆ ਵੀ ਵਿਲ ਯੂ ਮੈਰੀ ਮੀ, ਦਿਲ ਦਾ ਆਕਾਰ ਜਿਹਾ ਬਣਾ ਕੇ ਨਾ, ਵਿਲ ਯੂ ਇਹਦੇ ਤੇ ਮੈਰੀ ਮੀ ਇਧਰਲੇ ਤੇ। ਅੱਛਾ। ਤੇ ਕਹਿੰਦਾ ਬਾਗੋ ਬਾਗ ਹੋ ਗਈ, ਇਹ ਤਾਂ ਗਿੜਦਾ ਪਾਵੇ। ਅੱਛਾ, ਇਸ਼ਕ ਦਾ ਗਿੜਦਾ ਇਹਦਾ ਪਾਵੇ ਗਿੜਦਾ, ਇਹ ਤਾਂ ਪਾਵੇ ਲੁੱਡੀਆਂ। ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਕਰਵਾਉਂਗੀ। ਏਦਾਂ ਵੀ ਕਿਹਾ ਸੋਫੀਆ ਐਂ ਖੁਸ਼ ਹੋਈ ਹੋਊਗੀ, ਅਸੀਂ ਤਾਂ ਐਂ ਹੁੰਨੇ ਆ। ਅੱਛਾ, ਤੇ ਸੋਫੀਆ ਮੰਨ ਗਈ? ਮੈਂ ਨਾ ਸੋਫੀਆ ਨੇ ਤਾਂ ਮਿੰਟ ਮਾਰਿਆ। ਨਹੀਂ ਮਤਲਬ ਜਿਸ ਹਿਸਾਬ ਨਾਲ ਤੁਸੀਂ ਦੱਸਿਆ ਨਾ ਵੀ ਵਿਲ ਯੂ ਇੱਧਰ ਲਿਖਿਆ, ਮੈਰੀ ਮੀ ਇੱਧਰ ਲਿਖਿਆ, ਮੈਨੂੰ ਲੱਗਦਾ ਇੱਕ ਅੱਧਾ ਸਲਾਈਸ ਪੀਜ਼ਾ ਵਾਲਾ ਤੁਸੀਂ ਵੀ ਖਾਦਾ ਉਹਦੇ ਨਾਲ। ਮੈਨੂੰ ਪਤਾ ਉੱਤੇ ਉਹ ਜਿਹੜੀ ਉਹ ਨਾ ਜਿਹੜੀਆਂ ਕੁੱਟੀਆਂ ਮਿਰਚਾਂ ਜੀਆਂ ਪਾ ਕੇ ਨਾ, ਫਲੇਕਸ ਹੁੰਦੀ ਆ ਉਹ, ਚਿਲੀ ਫਲੇਕਸ, ਉਹ ਪਾ ਕੇ, ਤੇ ਕਹਿੰਦੇ ਵੀ ਬਹੁਤ ਸਵਾਦ ਸੀ ਉਹ। ਅੱਛਾ, ਨਹੀਂ ਕਹਿੰਦਾ ਕੌਣ? ਇਹ ਜਿਹੜੇ ਨਾ ਗੋਰਾ ਗੋਰੀ ਹੁੰਦੇ ਆ, ਇਹਨਾਂ ਦੀ ਜ਼ਿੰਦਗੀ ਹੋਰ ਹੁੰਦੀ ਆ। ਆਪਣੇ ਤਾਂ ਇਹ ਆ ਵੀ ਜੇ ਕਿਤੇ ਮੁੰਡਾ ਕੁੜੀ ਕਿਤੇ ਵੀ ਗਏ ਹੋਣ, ਆਪਣੇ ਤਾਂ ਇਹ ਆ ਵੀ ਲਵ ਯੂ ਦਾ ਮਤਲਬ ਵੀ ਵਿਆਹ ਹੁੰਦਾ। ਉਹ ਕਹਿੰਦੇ ਇੰਨੇ ਸਾਲਾਂ ਤੋਂ ਹੈਗੇ ਆ, ਤੇ ਵਿਆਹ ਦੇ ਲਈ ਉਹ ਕਹਿਣ ਵੇਲੇ ਸੋਚ ਰਿਹਾ, ਤੇ ਕੁੜੀ ਹਾਲੇ ਮੰਨਣ ਵਾਸਤੇ ਸੋਚ ਰਹੀ ਆ, ਤੇ ਫਿਰਦੇ ਜਿੱਥੇ ਮਰਜ਼ੀ ਆ। ਤੇ ਇੱਥੇ ਸਾਡਾ ਇੱਕ ਜਾਣਕਾਰ ਆ, ਉਹ ਕਹਿੰਦਾ ਵੀ ਮੇਰੇ ਨਾਲ ਵੀ ਇੱਕ ਕੋਈ ਮਿੱਤਰੀ ਸੀਗੀ। ਕਹਿੰਦਾ ਵੀ ਮੈਂ ਪਹਿਲੀ ਵਾਰ ਉਹਨੂੰ ਲੈ ਕੇ ਗਿਆ ਵੀ ਇੱਕ ਬਹੁਤ ਵਧੀਆ ਰੈਸਟੋਰੈਂਟ ਦੇ ਵਿੱਚ ਵੀ ਆ ਜਾ ਭਜਾਨੇ ਆ। ਤੇ ਕਹਿੰਦਾ ਵੀ ਇੱਥੇ ਤਾਂ ਮੈਂ ਪੀਜ਼ੇ ਵਾਲੀ ਗੱਲ ਨਾਲ ਜੋੜ ਕੇ ਦੇਖਿਆ। ਕਹਿੰਦਾ ਵੀ ਅਸੀਂ ਚਾਹ ਮੰਗਵਾ ਲਈ ਤੇ ਨਾਲ ਬਿਸਕੁਟ ਆ ਗਏ, 5 ਦੇ 5 ਬਿਸਕੁਟ ਡਬੋ ਕੇ ਨਾਲ ਦੀ ਨਾਲ ਖਾ ਗਏ। ਕਦੀ 6ਵਾਂ ਕਿੱਥੇ ਆ, ਕਦੀ ਰੋਟੀ ਘੰਟਾ ਠਹਿਰ ਕੇ ਖਾ ਲਾਂਗੇ, ਗੜਾ ਪਰਗਰ ਖਾ ਗਈ। ਤੁਸੀਂ ਕਮਾਲ ਆਉਂਦਾ। ਕਦੀ 4 ਬਿਸਕੁਟ। ਵੀ ਸੋਫੀਆ ਨੂੰ ਤੇ ਫਿਰ ਵਾਲਟਰ ਸਾਹਿਬ ਨੂੰ ਮੁਬਾਰਕਾਂ ਬਈ। ਹਾਂ ਬਿਲਕੁਲ ਮੁਬਾਰਕਾਂ, ਇਹਨਾਂ ਦੀ ਜੋੜੀ ਸਦਾ ਸਲਾਮਤ ਰਹੇ। ਇੱਧਰ 100 ਬੰਦੇ ਦੀ ਆਗਿਆ ਮਿਲ ਗਈ ਆ, ਆਪਾਂ ਵਿਆਹ ਚ ਲੁੱਡੀਆਂ ਪਾਵਾਂਗੇ। ਤੇ ਨਾਲ ਐਡਾ ਚਤਰਾ ਇਹ ਵਾਲਟਰ ਵੀ, ਇਹ ਜੇਬ ਦੇ ਵਿੱਚ ਮੁੰਦੀ ਪਾਈ ਫਿਰਦਾ। ਤੇ ਉਹਨੇ ਮੁੰਦੀ ਨਾਲ ਹੀ ਲੈ ਕੇ ਜਾਣੀ ਸੀ ਨਾ, ਜਦੋਂ ਵਿਆਹ ਦੀ ਪ੍ਰਪੋਜ਼ ਲਾਉਂਦੀ ਫਿਰ, ਤੇ ਫਿਰ ਮੁੰਦੀ ਨਾ ਦਿਖਾਉਂਦਾ। ਇਹ ਵੀ ਗੱਲ ਸਹੀ ਆ। ਹਾਂ, ਤੇ ਫਿਰ ਮੈਂ ਆਖਿਆ ਵੀ ਜੇ ਨਾ ਹੋ ਜਾਂਦੀ ਪੈਸੇ ਤਾਂ ਖਰਾਬ ਹੋ ਗਏ ਸੀ ਨਾ। ਹਰਮਨਜੀਤ ਟਰੰਪ ਐਡਾ ਲਾਪਰਵਾਹ ਬੰਦਾ, ਵੀ ਨਾ ਆਪਦੀ ਸਿਹਤ ਦਾ ਖਿਆਲ ਰੱਖਦਾ, ਨਾ ਲੋਕਾਂ ਦੀ ਸਿਹਤ ਦਾ, ਨਾ ਟੱਬਰ ਦੀ ਸਿਹਤ ਦਾ, ਤੇ ਨਾ ਹੀ ਵਾਈਟ ਹਾਊਸ ਦੇ ਵਿੱਚ ਰਹਿੰਦੇ ਜਿਹੜੇ ਕਰਮਚਾਰੀ ਉਹਨਾਂ ਦਾ। ਨਹੀਂ ਮਤਲਬ ਉਹਨੂੰ ਪਤਾ ਹੀ ਨਹੀਂਗਾ ਵੀ ਭਾਈ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ। ਜਿੱਥੇ ਜੀ ਕਰਨਾ, ਜਿਵੇਂ ਜੀ ਕਰਨਾ, ਉਵੇਂ ਜੇ ਕਰਨ ਲੱਗ ਪੈਂਦਾ। ਓਕੇ, ਮਤਲਬ ਆਪਣੇ ਮੁਲਕ 'ਚ ਤਾਂ ਸਾਰੀ ਜ਼ਿੰਮੇਵਾਰੀ ਵਾਲੇ ਆ ਨਾ। ਨਹੀਂ ਮੈਂ ਆਪਣੇ ਮੁਲਕ ਦੀ ਗੱਲ ਨਹੀਂ ਕੀਤੀ, ਮੈਂ ਤਾਂ ਟਰੰਪ ਦੀ ਗੱਲ ਕਰ ਰਿਹਾ। ਟਾਣਾ ਸਾਹਿਬ, ਹਾਂਜੀ, ਹੁਣ ਟਰੰਪ ਵੀ ਤੁਹਾਡੇ ਨਾਲ ਪੜਦਾ ਰਿਹਾ? ਨਹੀਂ ਮੇਰੇ ਨਾਲ ਨਹੀਂ ਪੜਦਾ ਰਿਹਾ, ਪਰ ਮੈਂ ਖਬਰਾਂ ਦੇਖੀਆਂ। ਉਹਨਾਂ ਖਬਰਾਂ ਨੇ ਮੈਨੂੰ ਇਹ ਸਮਝਣ ਦੇ ਲਈ ਮਜਬੂਰ ਕਰਤਾ, ਸੋਚਣ ਲਈ ਮਜਬੂਰ ਕਰਤਾ ਵੀ ਟਰੰਪ ਲਾਪਰਵਾਹ। ਉਹਨੂੰ ਹੋ ਗਿਆ ਕਰੋਨਾ ਨਾਲ, ਵਹੁਟੀ ਨੂੰ ਵੀ ਹੋ ਗਿਆ। ਦੋਵੇਂ ਜਾਣੇ ਇੱਕ ਹਸਪਤਾਲ ਦੇ ਵਿੱਚ ਭਰਤੀ ਰਹੇ ਆ। ਕਈ ਘੰਟੇ ਭਰਤੀ ਰਹਿਣ ਤੋਂ ਬਾਅਦ ਉਹ ਬਾਅਦ ਦੇ ਵਿੱਚ ਫਿਰ ਆ ਗਿਆ ਜੀ, ਕਹਿੰਦਾ ਮੈਂ ਵਾਈਟ ਹਾਊਸ ਚੱਲਿਆ। ਲਓ ਜੀ, ਕਹਿੰਦੇ ਵੀ ਉੱਥੇ ਪੌੜੀਆਂ ਭੱਜ ਕੇ ਚੜਿਆ। ਅੱਛਾ, ਉਹਨੇ ਇਹ ਦੱਸਣਾ ਸੀਗਾ ਵੀ ਮੈਂ ਬਿਲਕੁਲ ਤੰਦਰੁਸਤ ਹਾਂ, ਮੇਰੀ ਰਾਸ਼ਟਰਪਤੀ ਦੀ ਚੋਣ ਦੇ ਉੱਤੇ ਕੋਈ ਅਸਰ ਨਾ ਪਵੇ। ਅੱਛਾ ਜੀ, ਮਾਰ ਕੇ ਪਲਾਕੀ ਕਹਿੰਦਾ ਆ ਗਿਆ ਆ ਗਿਆ ਆ ਗਿਆ, ਕਹਿੰਦਾ ਯਾਰ ਨਹੀਂ ਚੜਦੇ ਅੱਜ ਲਿਫਟ ਤੇ। ਓਏ ਹੋਏ ਹੋਏ, ਨਾਲ ਦੀ ਨਾਲ ਮਾਸਕ ਜਿਹਾ ਲਾਇਆ ਉਹਨੇ, ਤੇ ਕਹਿੰਦਾ ਮੈਂ ਠੀਕ ਆ। ਨਹੀਂ ਇਹ ਚ ਮਾਸਕ ਲਾਉਣ ਵਾਲੀ ਤਾਂ ਗੱਲ ਹੀ ਕੋਈ ਸੀ, ਹੱਥ ਲਾਉਣਾ ਸੀ। ਉਹ ਨਹੀਂ ਹੱਦ ਹੋ ਗਈ, ਹੱਥ ਵੀ ਮਹਾਰਾਜ ਨੇ 2 ਦਿੱਤੇ ਆ ਨਾ।
ਅੱਛਾ ਅੱਛਾ ਮਾਸਕ ਲਾਇਆ ਤੇ ਲੋਕਾਂ ਦੇ ਵਿੱਚ ਕਹਿੰਦੇ ਵੀ ਐਂ ਵਿਚਰਨਾ ਸ਼ੁਰੂ ਹੋ ਗਿਆ ਤੇ ਹੁਣ ਉਹਦੀ ਲਾਪਰਵਾਹੀ ਦੀਆਂ ਖਬਰਾਂ ਬਣੀਆਂ। ਉਹ ਅਸਲ ਦੇ ਵਿੱਚ ਟਰੰਪ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਕਰੋਨਾ ਨਾ ਇਹ ਮਾਮੂਲੀ ਜੀ ਗੱਲ ਆ, ਵੀ ਇਸ ਕਰੋਨਾ ਦੇ ਕਰਕੇ ਵੀ ਮੇਰੀ ਚੋਣ ਮੁਹਿੰਮ ਦਬ ਨਾ ਜਾਵੇ, ਕਿਉਂਕਿ ਮੁੱਦਾ ਬਹੁਤ ਉੱਠਿਆ ਹੋਇਆ ਵੀ ਸਭ ਤੋਂ ਵੱਧ ਮੌਤਾਂ ਜਿਹੜੀਆਂ ਅਮਰੀਕਾ 'ਚ ਹੋਈਆਂ, ਸਭ ਤੋਂ ਵੱਧ ਪੀੜਤ ਆ ਜਿਹੜੇ ਉਹ ਅਮਰੀਕਾ ਦੇ ਵਿੱਚ ਹੋਏ ਆ, ਇਸ ਕਰਕੇ ਉਹ ਕਰੋਨਾ ਨੂੰ ਨਾ ਬਸ ਝਕਾਨੀ ਜੀ ਦੇਣ ਦੇ ਰੌਂ ਦੇ ਵਿੱਚ ਆ। ਨਹੀਂ ਮਤਲਬ ਟਰੰਪ ਸਾਹਿਬ ਕੀ ਹੁਣ ਤੁਹਾਨੂੰ ਵੀ ਸਮਝਾਉਣਾ ਪਏਗਾ, ਹੱਦ ਹੁੰਦੀ ਹੈ, ਇੰਨੀ ਵੱਡੀ ਸੁਪਰ ਪਾਵਰ, ਇੰਨੀ ਵੱਡੀ ਤਾਕਤ ਦੁਨੀਆ ਦੇ ਵਿੱਚ ਤੇ ਉਹਦੀ ਕਮਾਨ ਤੁਹਾਡੇ ਹੱਥ ਦੇ ਵਿੱਚ ਹੈ ਤੇ ਤੁਸੀਂ ਵੀ ਆਹ ਖੇਡਾਂ ਖੇਡਦੇ ਹੋ, ਚੰਗੀ ਗੱਲ ਹੈ ਭਲਾ? ਨਹੀਂ ਚੰਗੀ ਤਾਂ ਹੈ ਨਹੀਂ, ਹਾਂ, ਪਰ ਯਾਰੀ ਦਾ ਅਸਰ ਹੁੰਦਾ ਨਾ। ਹਾਂ ਬਿਲਕੁਲ ਸਹੀ ਗੱਲ ਹੈ। ਕਹਿੰਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਵਟਾ ਲੈਂਦਾ ਹੁੰਦਾ ਹੈ, ਗਵਾਂਢੀ ਦਾ ਰੂਪ ਨਹੀਂ ਮੱਤ ਆ ਜਾਂਦੀ ਹੁੰਦੀ ਹੈ। ਐਵੇਂ ਤਾਂ ਨਹੀਂ ਲੋਕਾਂ ਨੇ ਸਿਆਣਿਆਂ ਨੇ ਗੱਲਾਂ ਬਣਾਈਆਂ ਹੋਈਆਂ, ਇਹ ਗੱਲਾਂ ਸੱਚ ਸਾਬਤ ਹੁੰਦੀਆਂ ਨੇ ਟਹਿਣਾ ਸਾਹਿਬ, ਇਸੇ ਲਈ ਗੱਲਾਂ ਬਣੀਆਂ ਨੇ। ਵੀ ਦੱਸ ਹੁਣ ਟਰੰਪ ਸਾਹਿਬ ਦੇ ਬਾਰੇ ਕੀ ਕਹੀਏ ਤੇ ਕੀ ਨਾ ਕਹੀਏ, ਵੀ ਇਹ ਕੋਈ ਚੰਗੀ ਗੱਲ ਹੈ? ਮੈਨੂੰ ਤੇ ਇਉਂ ਲੱਗਦਾ ਵੀ ਹਰਜੀਤ ਹਰਮਨ ਦੇ ਗਾਣੇ ਬਹੁਤ ਸੁਣਦਾ ਟਰੰਪ। ਯਾਰੀ ਯਾਰਾਂ ਨੀ ਕਿਤੇ ਅਜਮਾ ਲਈ, ਮਿੱਤਰਾਂ ਦਾ ਨਾ ਚੱਲਦਾ, ਜਦੋਂ ਮਰਜ਼ੀ ਤੋਂ ਵੋਟਾਂ ਪਵਾ ਲਈ, ਵੀ ਮਿੱਤਰਾਂ ਦਾ ਨਾ ਚੱਲਦਾ। ਉਹ ਤੇਰੀ ਵਾਹ ਕੀ ਬਾਤ ਹੈ ਟਾਣਾ ਸਾਹਿਬ। ਪਰ ਗੱਲ ਇਹ ਹੈ ਵੀ ਟਰੰਪ ਸਾਹਿਬ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈ, ਥੋੜਾ ਜਿਹਾ ਆਲੇ ਦੁਆਲੇ ਵੇਖ ਕੇ ਤੇ ਫਿਰ ਇਹ ਸੋਚਣਾ ਚਾਹੀਦਾ ਵੀ ਕੀ ਕਰੋਨਾ ਵਾਕਈ ਛੋਟੀ ਜੀ ਚੀਜ਼ ਹੈ, ਵੀ ਛੋਟੀ ਜੀ ਚੀਜ਼ ਕਰਕੇ ਜਹਾਜ਼ ਬੰਦ ਹੋ ਗਏ, ਛੋਟੀ ਜੀ ਚੀਜ਼ ਕਰਕੇ ਦੁਨੀਆ ਖੜ ਗਈ, ਛੋਟੀ ਜੀ ਚੀਜ਼ ਦਾ ਕਰਕੇ ਲੋਕ ਵਿਚਾਰੇ ਜਿਹੜੇ ਆ ਉਹ ਇੰਨਿਆਂ ਦੀ ਮੌਤ ਹੋ ਗਈ ਹੈ ਨਾ। ਸੋ ਥੋੜਾ ਜਿਹਾ ਦਿਮਾਗ ਦੇ ਉੱਤੇ ਜ਼ੋਰ ਪਾਉਣ, ਕਿਤੇ ਨਹੀਂ ਕੁਛ ਖਾਸ ਚੱਲਿਆ। ਬੰਦਾ ਨਾ ਕੱਬਾ ਜਿਹਾ ਲੱਗਦਾ ਮੈਨੂੰ ਕਦੇ ਕਦੇ ਇਉਂ ਲੱਗਦਾ ਵੀ ਉਹ ਵੀ ਉੱਥੋਂ ਦੇ ਅਬਾਨੀ ਅਡਾਨੀਆਂ ਦੇ ਵਿੱਚੋਂ ਹੀ ਆ। ਏਦਾਂ ਪੈਸਾ ਬਹੁਤ ਉਹਨਾਂ ਕੋਲੇ। ਨਹੀਂ ਉਹ ਤਾਂ ਵਾਕਈ ਬਿਜ਼ਨਸਮੈਨ ਆ, ਤਕੜੇ ਕਾਰੋਬਾਰ ਆ, ਵੀ ਪੈਸੇ ਦਾ ਪਤਾ ਹੀ ਨਹੀਂ ਵੀ ਕਿੰਨਾ ਕਾ। ਜੀ ਬਿਲਕੁਲ। ਨਹੀਂ ਆਪਾਂ ਦੋਵੇਂ ਐ ਸਲਾਹਾਂ ਕਰ ਰਹੇ ਆ ਵੀ ਜਿਵੇਂ ਜਾਂ ਤਾਂ ਆਪਣੀ ਰਿਸ਼ਤੇਦਾਰੀ ਚ ਆ ਤਾਂ ਜਾਂ ਆਂਢ ਗੁਆਂਢ ਚ ਰਹਿੰਦਾ ਹੁੰਦਾ। ਨਹੀਂ ਮੈਨੂੰ ਲੱਗਦਾ, ਅੱਛਾ ਦੇਖੋ ਆਪਾਂ ਟੱਬਰ ਦੇ ਵਿੱਚ ਬੈਠੇ ਆ, ਇਹ ਸਮਝੋ ਵੀ ਆਪਾਂ ਟੱਬਰ ਚ ਹੀ ਬੈਠੇ ਆ, ਸਾਰੇ ਪਰਿਵਾਰਕ ਮੈਂਬਰ ਆ। ਮੈਨੂੰ ਇਉਂ ਲੱਗਦਾ ਵੀ ਬੰਦਾ ਕੱਬਾ ਸਾਰਿਆਂ ਨੂੰ ਲੱਗਦਾ। ਹੋਰ ਦੱਸੋ? ਬਸ ਮੈਨੂੰ ਲੱਗਦਾ ਵੀ ਸੁਭਾਅ ਵੀ ਥੋੜਾ ਜਿਹਾ ਨਾ ਸਾਰਿਆਂ ਨੂੰ ਲੱਗਦਾ। ਹੋਰ ਸੁਣਾਓ? ਲਾਪਰਵਾਹ ਵੀ ਹੈ। ਹਾਂ ਹੋਰ? ਤੇ ਫਿਰ ਜਦੋਂ ਕਦੇ ਫਸ ਜਾਂਦਾ ਤੇ ਝੂਠ ਵੀ ਬੋਲਦਾ। ਅੱਛਾ ਉਹ ਤਾਂ ਇਹਨਾਂ ਦੀ ਭੈਣ ਨੇ ਵੀ ਕਿਹਾ ਸੀ, ਸਿਰੇ ਦਾ ਝੂਠਾ ਮੇਰਾ ਭਰਾ। ਹਾਂ ਕਿਹਾ ਸੀ ਪਰ ਇੱਕ ਗੱਲ ਆ, ਮਾਈਂਡ ਨਹੀਂ ਕਰਦਾ। ਹਾਂ ਜੋ ਮਰਜ਼ੀ ਕਹੀ ਜਾਓ। ਹਾਂ ਜੱਜ ਦਾ ਵਿਚਾਰ। ਟਾਣਾ ਸਾਹਿਬ ਜੀ, ਜਦੋਂ ਤੁਹਾਡੇ ਕੋਲ ਕਿਤੇ ਵੇਲ ਹੁੰਦੀ ਹੈ, ਵੈਸੇ ਤਾਂ ਹੁੰਦੀ ਨਹੀਂ ਹੈ, ਜੇ ਕਿਤੇ ਲਾ ਲਓ ਵੀ ਤੁਸੀਂ 1-2 ਘੰਟੇ ਵਿਹਲੇ ਹੋ, ਤੁਸੀਂ ਕੀ ਕਰਨਾ ਪਸੰਦ ਕਰਦੇ ਹੋ? ਕਿਤਾਬ ਪੜ੍ਹੂ। ਹੋਰ? ਮੇਰੇ ਕੋਲੇ ਬਹੁਤ ਸਾਰੀਆਂ ਕਿਤਾਬਾਂ, ਉਹ ਪੜ੍ਹਦਾ। ਇਸ ਤੋਂ ਇਲਾਵਾ? ਕਿਤਾਬ ਪੜ੍ਹੂ। ਉਹ ਇਸ ਤੋਂ ਇਲਾਵਾ? ਬਸ ਮੈਂ ਤਾਂ ਕਿਤਾਬ ਹੀ ਪੜ੍ਹੂ। ਤੇ ਜਾਂ ਫਿਰ ਮੈਂ ਖਬਰਾਂ ਕੱਢੂ, ਮੈਂ ਖਬਰਾਂ ਪੜ੍ਹੂ ਵੀ ਕੀ ਵਾਪਰ ਗਿਆ। ਮੈਂ ਮੋਬਾਈਲ ਦੇ ਉੱਤੇ ਵੈਬਸਾਈਟ ਖੋਲ ਲੈਣਾ ਹੁਣ। ਅੱਛਾ ਵੈਬਸਾਈਟ ਖੋਲ ਕੇ ਵੀ ਭਾਈ ਆ ਬਿਹਾਰ ਦੀਆਂ ਚੋਣਾਂ ਲਈ ਕੀ ਹੋ ਰਿਹਾ, ਐਨਡੀਏ ਨੇ ਕਿੰਨੇ ਉਮੀਦਵਾਰ ਕਿੱਥੋਂ ਖੜੇ ਕਰਤੇ ਤੇ ਕਿੱਥੋਂ ਕਿੰਨੇ ਕਰਨੇ ਆ, ਆ ਜਿਹੜਾ ਚਿਰਾਗ ਪਾਸਵਾਨ ਆ, ਰਾਮ ਵਿਲਾਸ ਪਾਸਵਾਨ ਦਾ ਮੁੰਡਾ, ਤੇ ਇਹ ਕਿਹੜੀ ਗੱਲੋਂ ਅੱਡ ਹੋ ਗਿਆ, ਆ ਤੇਜਸਵੀ ਯਾਦਵ ਨੂੰ ਬਿਹਾਰ ਦੇ ਵਿੱਚ ਮੂਹਰੇ ਕਿਹੜੀ ਗੱਲੋਂ ਕਰਤਾ ਮਹਾਗਠਜੋੜ ਨੇ, ਤੇ ਜਿਹੜਾ ਰਾਮ ਵਿਲਾਸ ਪਾਸਵਾਨ ਆ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਕਿਉਂ ਆ। ਮੈਂ ਫਿਰ ਇਹਨਾਂ ਗੱਲਾਂ ਵੱਲ ਖਿਆਲ ਕਰਦਾ। ਗਲਤੀ ਹੋ ਗਈ, ਮੈਂ ਤੁਹਾਨੂੰ ਸਵਾਲ ਕੀਤਾ, ਕਰਨਾ ਨਹੀਂ ਚਾਹੀਦਾ ਸੀ। ਅੱਛਾ ਅਸਲ ਦੇ ਵਿੱਚ ਗੱਲ ਇਹ ਹੈ ਕਿ ਇੱਕ ਸਰਵੇ ਹੋਇਆ। ਅੱਛਾ ਉਹ ਸਰਵੇ ਨੇ ਪਹਿਲੀ ਵਾਰ ਹੋਇਆ ਇਦਾਂ ਦਾ ਕੋਈ ਸਰਵੇ। ਉਸ ਸਰਵੇ ਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੇ ਭਾਰਤੀ ਨੇ ਉਹ ਆਪਣੇ ਵਿਹਲੇ ਸਮੇਂ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਨੇ। ਸਭ ਤੋਂ ਵੱਧ ਸੌਣਾ। ਅੱਛਾ ਸੌਣਾ ਪਸੰਦ ਕਰਦੇ ਆ। ਨਹੀਂ ਇਹ ਤਾਂ ਗੱਲ ਨਾਲ ਮੈਂ ਸਹਿਮਤ ਹਾਂ। ਜਿਨ੍ਹਾਂ ਨੇ ਵੀ ਸਰਵੇਖਣ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਦਿਲ ਦੀ ਗੱਲ ਕਹੀ ਹੈ ਤੇ ਬਿਲਕੁਲ ਸੱਚੀ ਕਹੀ ਹੈ। ਕਿਸੇ ਨੂੰ ਵੀ ਨੇਤਾ ਚੁਣ ਲਈਏ, ਕਿਹੜੀ ਵੀ ਸਰਕਾਰ ਆ ਜਾਏ, 5 ਸਾਲ ਉਹ ਵੀ ਸੁੱਤੇ ਰਹਿੰਦੇ ਤੇ ਲੋਕ ਵੀ ਸੁੱਤੇ ਰਹਿੰਦੇ ਆ। ਇਹ ਤਾਂ ਕਹਿੰਦੇ ਵੀ 8-9-10 ਘੰਟੇ ਸੌਂਦੇ ਭਾਰਤੀ ਲੋਕ, ਪਰ ਅਸੀਂ ਤਾਂ 5-5 ਸਾਲ ਸੌਂਦੇ ਆ। ਪੂਰੇ ਦਾ ਪੂਰਾ ਸੈਸ਼ਨ ਨਿਕਲ ਜਾਂਦਾ ਲੋਕ ਸਭਾ ਦਾ, ਆਪਾਂ ਸੁੱਤੇ ਹੀ ਰਹਿੰਦੇ ਆ। ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੁੰਦਾ, ਇੱਥੇ ਸਾਡਾ ਚੁਣਿਆ ਹੋਇਆ ਨੁਮਾਇੰਦਾ ਐ ਕਰੀ ਜਾਂਦਾ ਹੁੰਦਾ। ਹਾਂ ਅਸੀਂ ਵੋਟਾਂ ਪਾਉਣ ਤੋਂ ਪਹਿਲਾਂ ਵੀ ਸੌਂਦੇ ਆ, ਵੋਟ ਪਾਉਣ ਲੱਗਿਆਂ ਵੀ ਸੁੱਤੇ ਹੁੰਨੇ ਆ, ਤੇ ਵੋਟਾਂ ਪਾ ਕੇ ਵੀ ਫਿਰ ਤੋਂ ਸੌ ਜਾਂਦੇ ਆ। ਪਰ ਇਹ ਜਿਹੜਾ ਸਰਵੇ ਹੈ ਇਹ 5947 ਪਿੰਡ ਤੇ 3998 ਸ਼ਹਿਰੀ ਖੇਤਰ ਦੇ ਤਕਰੀਬਨ 1,38,799 ਘਰ, ਇਹਨਾਂ ਦੇ ਉੱਪਰ ਇਹ ਸਰਵੇ ਜਿਹੜਾ ਉਹ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੇ ਔਸਤਨ ਵੇਖਿਆ ਜਾਏ ਤਾਂ ਜਿਹੜੇ ਭਾਰਤੀ ਨੇ ਉਹ ਤਕਰੀਬਨ 552 ਮਿੰਟ ਯਾਨੀ ਕਿ 9 ਘੰਟੇ ਹਨਾ, ਤਕਰੀਬਨ 9 ਘੰਟੇ ਸੌਣਾ ਹੀ ਪਸੰਦ ਕਰਦੇ ਨੇ ਔਨ ਐਨ ਐਵਰੇਜ। ਜੀ ਤੇ 9 ਘੰਟੇ ਜਿਹੜੇ ਸੌਂਦੇ ਆ ਤੇ ਉਸ ਤੋਂ ਬਾਅਦ ਉਹ ਘੰਟਾ 1.5 ਘੰਟਾ ਐ ਕਹਿੰਦੇ ਰਹਿੰਦੇ ਵੀ ਸੁਸਤੀ ਜੀ ਪਈ ਆ, ਹੁਣੇ ਉੱਠਿਆ, ਹੁਣ 2 ਮਿੰਟ ਹੋਰ ਸੌਂ ਲੈਂਦੇ ਹੋ।
2 ਮਿੰਟ ਹੋਰ ਜੀ ਇਹ 11-12 ਘੰਟੇ ਹੀ ਖਾ ਜਾਂਦੇ ਆ, ਫਿਰ ਚਾਹ ਬਣਾਉਂਦੇ, ਭਾਂਡਾ ਭੁੰਡਾ ਤੋੜ ਲੈਂਦੇ ਆ ਜੀ। ਮੈਨੂੰ ਲੱਗਦਾ ਵੀ ਇਹਨਾਂ ਦਾ ਕੰਮ ਖਰਾਬ ਹੀ ਆ। ਨਹੀਂ, ਇਹਨਾਂ ਦੇ ਸੁਪਨੇ ਬਹੁਤ ਵੱਡੇ ਨੇ ਅਸਲ ਦੇ ਵਿੱਚ ਨਾ, ਵੱਡੇ ਸੁਪਨੇ ਵੇਖਣ ਲਈ ਬਹੁਤ ਸੋਹਣਾ ਪੈਂਦਾ ਟਾਣਾ ਸਾਹਿਬ। ਮੈਂ ਤਾਂ ਹੋਰ ਵੀ ਲੋਕਾਂ ਨੂੰ ਜਾਣਦਾ, ਜੀ ਕਈ ਲੋਕ ਗਲ ਦੇ ਵਿੱਚ ਨਾ ਕਾਲੇ ਰੰਗ ਦਾ ਮਫਲਰ ਪਾ ਲੈਂਦੇ ਆ, ਉਹ 12-13 ਘੰਟੇ ਲਗਾਤਾਰ ਸੌਂਦੇ ਆ। ਮੈਂ ਉਹਨਾਂ ਲੋਕਾਂ ਦੇ ਵਿੱਚੋਂ ਕਈਆਂ ਨੂੰ ਜਾਣਦਾ। ਕਿੰਨੇ ਝੂਠੇ ਆ ਤੁਸੀਂ। ਕੀ ਹੋਇਆ? ਕੀ ਮਤਲਬ ਆ ਤੁਹਾਡਾ ਕਾਲੇ ਮਫਲਰ? ਪਹਿਲੀ ਗੱਲ ਤਾਂ ਮਫਲਰ ਨਹੀਂ ਚੁੰਨੀ ਆ, ਤੇ ਦੂਜੀ ਗੱਲ 12-13 ਘੰਟੇ ਕੋਈ ਨਹੀਂ ਸੌਂਦਾ ਟਾਣਾ ਸਾਹਿਬ। ਮੈਂ ਤੁਹਾਡਾ ਨਾਂ ਲਿਆ? ਨਹੀਂ, ਮੈਂ ਤੁਹਾਨੂੰ ਦੱਸ ਰਹੀ ਆ, ਮੈਂ ਜੇਕਰ ਤੁਸੀਂ ਮਫਲਰ ਵੀ ਨਹੀਂ ਪਾਇਆ, ਤੁਹਾਡੇ ਗਲ 'ਚ ਚੁੰਨੀ ਆ, ਨਾ ਤੁਹਾਡਾ ਲਿਆ ਨਹੀਂ ਜੀ, ਤੇ ਤੁਸੀਂ ਭਾਵੇਂ 2 ਘੰਟੇ ਸੌਂਦੇ ਹੋਵੋ ਤੇ ਭਾਵੇਂ 20 ਘੰਟੇ ਸੌਂਦੇ ਹੋ, ਤੁਸੀਂ ਪ੍ਰਤੀਕਿਰਿਆ ਕਿਉਂ ਦਿਓ? ਨਹੀਂ ਤੇ ਆਪਾਂ ਲੋਕਾਂ ਦੀਆਂ ਚੁਗਲੀਆਂ ਕਿਹੜੀ ਗੱਲੋਂ ਕਰ ਰਹੇ ਆ? ਚੁਗਲੀਆਂ ਨਹੀਂ, ਕੈਮਰੇ ਦੇ ਉੱਤੇ ਬੈਠ ਕੇ ਚਰਚਾ ਹੁੰਦੀ ਆ। ਨਹੀਂ ਤੇ ਚਰਚਾ ਦੇ ਵਿੱਚ ਤੇ ਚੁਗਲੀ ਦੇ ਵਿੱਚ ਬਹੁਤ ਫਰਕ ਹੁੰਦਾ। ਚਰਚਾ ਤਾਂ ਬਸ ਸੌਣ ਤੇ ਹੀ ਰਹਿ ਗਈ ਸੀ ਨਾ ਸਾਰੀ। ਸ਼ੁਰੂਆਤ ਕਿਹਨੇ ਕੀਤੀ? ਉਹ ਮੈਂ ਤਾਂ ਖਬਰ ਸਾਂਝੀ ਕੀਤੀ ਤੇ ਖਬਰ ਦੇ ਵਿੱਚੋਂ ਗੱਲ ਨਿਕਲੀ ਆ। ਇਹ ਉਹਨਾਂ ਲੋਕਾਂ, ਮੈਨੂੰ ਸਰਵੇ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਮੈਂ ਹੋਰ ਉਹ ਮੈਂ ਦੱਸ ਰਹੀ ਆ। ਉਹ ਮੇਰੇ ਵੀਰ ਜੀ, ਮੈਂ ਤੁਹਾਡਾ ਨਾਂ ਨਹੀਂ ਲਿਆ। ਇਹ ਜਿਹੜੇ ਪਿੰਡਾਂ ਪੁੰਡਾਂ ਦੇ ਵਿੱਚ ਗਏ ਸੀ ਨਾ, ਤੁਹਾਡੇ ਪਿੰਡ ਤਾਂ ਆਏ ਨਹੀਂ ਗਏ ਨਾ 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 ਨਾ, ਉਹ ਦਫ਼ਤਰ 'ਚ ਆਏ ਆ ਨਾ ਚੱਜ ਦੇ ਵਿਚਾਰ 'ਚ ਆਏ ਆ। ਤੁਸੀਂ ਦਿਲ ਤੇ ਕਿਹੜੀ ਗੱਲੋਂ ਲਾ ਲਈ? ਨਹੀਂ, ਮੈਂ ਨਹੀਂ ਦਿਲ ਤੇ ਲਾਈ, ਮੈਂ ਵੈਸੇ ਸਪਸ਼ਟੀਕਰਨ ਦੇ ਰਹੀ ਸੀ ਟਾਣਾ ਸਾਹਿਬ। ਕੋਈ ਗੱਲ ਨਹੀਂ, ਬੰਦੇ ਨੂੰ ਸੌਣਾ ਵੀ ਚਾਹੀਦਾ, ਸੌਣਾ ਵੀ ਜ਼ਰੂਰੀ ਹੈ, ਪਰ ਇਹ ਨਹੀਂ ਵੀ ਇੰਨੇ ਘੰਟੇ ਸੌਵੋ। ਪਰ ਦਿਮਾਗ ਦੀ ਸ਼ਾਂਤੀ ਦੇ ਲਈ, ਦਿਮਾਗ ਨੂੰ ਦੁਬਾਰਾ ਕੰਮ ਕਰਨ ਦੇ ਕਹਿ ਲਓ ਯੋਗ ਬਣਾਉਣ ਦੇ ਲਈ ਤੁਹਾਨੂੰ ਸੌਣਾ ਚਾਹੀਦਾ, ਆਰਾਮ ਵੀ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਆ ਜੀ। ਪਰ ਕੁੱਤੇ ਨਹੀਂ ਹੋਣੇ ਚਾਹੀਦੇ ਤੁਹਾਡੇ ਖੇਤਰ 'ਚ, ਨਹੀਂ ਤੁਹਾਡੀ ਨੀਂਦ ਭੰਗ ਤੁਸੀਂ ਉੱਥੇ ਗੱਲ ਤੇ ਹੈ ਬਹੁਤ ਦੁਖੀ ਆ ਬੰਦਾ। 11 ਘੰਟੇ ਸੌ ਲੂ, 9 ਸੌ ਲੂ, 5 ਸੌ ਲੂ, 8 ਸੌ ਲੂ, ਪਰ ਤੁਹਾਡੇ ਇਲਾਕੇ 'ਚ ਕੁੱਤੇ ਨਹੀਂ ਹੋਣੇ ਚਾਹੀਦੇ। ਬਿਲਕੁਲ ਸਹੀ ਗੱਲ ਹੈ। ਕਾਫੀ ਤੰਗੀ ਪਰੇਸ਼ਾਨੀ ਹੰਡਾਰੇ ਸਵਰਨ ਸਿੰਘ ਟਾਣਾ। ਮੈਨੂੰ ਕੱਲ ਇੱਕ ਸੱਜਣ ਦਾ ਸੁਨੇਹਾ ਆਇਆ, ਕਹਿੰਦੇ ਕੁੱਤੇ ਨਾਲ ਪਿਆਰ ਕਰੋ, ਉਹ ਕੁਛ ਨਹੀਂ ਕਹਿੰਦਾ। ਤੇ ਮੈਂ ਕਿਹਾ ਮੈਂ ਕਦੋਂ ਕਿਹਾ? ਮੇਰੀ ਸੁੱਤੇ ਪਏ ਦੀ ਲੱਤ ਫੜ ਲਈ ਉਹਨੇ। ਮੈਂ ਤਾਂ ਇਹ ਕਹਿਣਾ ਵੀ ਸੁੱਤੇ ਪਏ ਉਠਾ ਦਿੰਦੇ ਆ, ਤੇ ਜੇਕਰ ਕਿਸੇ ਨੂੰ ਭੁਲੇਖਾ ਮੇਰੇ ਨਾਲ ਰਾਤ ਕੱਟ ਕੇ ਜਾਓ। ਬਿਲਕੁਲ ਹਾਂ, ਕੋਈ ਗੱਲ ਨਹੀਂ। ਨਾ ਕੁੱਤੇ ਨੇ ਸੌਣਾ, ਨਾ ਆਪਾਂ ਨੂੰ ਸੌਣ ਦੇਣਾ। ਨਹੀਂ, ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਟਾਣਾ ਸਾਹਿਬ, ਅਸੀਂ ਜਾਣਦੇ ਹਾਂ ਤੁਸੀਂ ਸੱਚ ਮੇਰੀ ਪੰਜਾਬ ਦੀ ਸਰਕਾਰ ਨੂੰ ਇੱਕ ਬੇਨਤੀ ਆ ਵੀ ਬੇਰੁਜ਼ਗਾਰੀ ਤੁਸੀਂ ਦਵਾਲ ਨਹੀਂ ਸਕਦੇ, ਪੈਨਸ਼ਨਾਂ ਤੁਸੀਂ ਵੇਲੇ ਸਿਰ ਦੇ ਨਹੀਂ ਸਕਦੇ, ਪੰਜਾਬ ਦੇ ਵਿੱਚੋਂ ਜਿਹੜਾ ਅਪਰਾਧ ਆ ਉਹ ਮੁੱਕ ਨਹੀਂ ਸਕਦਾ, ਕਮ ਸੇ ਕਮ ਕੁੱਤਿਆਂ ਦਾ ਪ੍ਰਬੰਧ ਹੀ ਕਰ ਲਓ। ਆਪ ਕੁੱਤੇ ਹੀ ਕਿਸੇ ਵੇਲੇ ਲਾ ਦਿਓ, ਜਾਂ ਤਾਂ ਇਹਨਾਂ ਦੀ ਨਸਬੰਦੀ ਕਰਵਾ ਦਿਓ, ਜਾਂ ਇਹਨਾਂ ਨੂੰ ਕਿਤੇ ਲੈ ਜਾਓ ਚੱਕ ਚੁੱਕ ਕੇ। ਬੇਨਤੀ ਆ। ਆ ਇੱਕ ਬੀਬੀ ਦੀ ਖਬਰ ਆਈ ਆ, ਬਜ਼ੁਰਗ ਮਾਤਾ ਦਲੀਪ ਕੌਰ 80 ਸਾਲ ਦੀ, ਮਾਨਸੇ ਦੇ ਵਿੱਚ ਪਿੰਡ ਆ ਕੋਟ ਧਰਮੂ। ਇਸ ਪਿੰਡ ਦੀ ਬੇਬੇ ਨੂੰ ਕੁੱਤਿਆਂ ਨੇ ਪਾੜ ਕੇ ਖਾ ਲਿਆ, ਸਿਰ ਉਹਦਾ ਖਾ ਗਏ, ਬਾਹ ਉਹਦੀ ਨਾਲ ਲੈ ਗਏ, ਨੋਚ ਕੇ ਉਹਦੀ ਜਾਨ ਕੱਢ ਦਿੱਤੀ ਆ। ਤੇ 250 ਮੀਟਰ ਦੀ ਦੂਰੀ ਦੇ ਉੱਤੇ ਉਹਨਾਂ ਦੇ ਪਿੰਡ ਦੇ ਵਿੱਚ ਹੱਡਾਂ ਰੋੜੀ ਸੀ। 50 ਕੁੱਤੇ ਉਹਨਾਂ ਦੇ ਘਰੇ ਪੈ ਗਏ, ਇੱਕਦਮ ਹਲਕੇ ਵਿਜੜਿਆ ਤੇ ਬਸ ਮਾਤਾ ਮਿੰਟਾਂ ਦੇ ਵਿੱਚ ਜਹਾਨੋਂ ਤੁਰ ਗਈ। ਮੈਂ ਵੀ ਇਹ ਖਬਰ ਪੜ੍ਹੀ ਆ, ਔਰ ਸੱਚੀ ਇੱਕ ਵਾਰ ਇਸ ਖਬਰ ਨੇ ਝੰਜੋੜ ਕੇ ਰੱਖ ਦਿੱਤਾ। ਪਰ ਗੱਲ ਇਹ ਹੈ ਟਾਣਾ ਸਾਹਿਬ, ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ, ਇਹ ਪਹਿਲੀ ਖਬਰ ਨਹੀਂ ਹੈ। ਪਰ ਸਾਡਾ ਪ੍ਰਸ਼ਾਸਨ, ਸਾਡਾ ਪੁਲਿਸ ਤੰਤਰ, ਸਾਡੇ ਲੋਕ ਕੁਝ ਵੀ ਕਰਕੇ ਰਾਜ਼ੀ ਨਹੀਂ ਹੈਗੇ। ਇਹ ਖਬਰਾਂ ਬੰਦ ਨਹੀਂ ਹੋ ਸਕਦੀਆਂ। ਇਸ ਤੋਂ ਪਹਿਲਾਂ ਵੀ ਤਾਂ ਕਿੰਨੀਆਂ ਸੜਕੀ ਦੁਰਘਟਨਾਵਾਂ ਜਿਹੜੀਆਂ ਇਹਨਾਂ ਆਵਾਰਾ ਪਸ਼ੂਆਂ ਦਾ ਕਰਕੇ ਹੋਈਆਂ। ਕੁੱਤਾ ਕਦੀ ਮੋਹਰੇ ਆ ਜਾਂਦਾ ਹੈ, ਕਦੇ ਕੁਛ ਕਦੇ ਕੁਛ, ਫਿਰ ਕਿੰਨੇ ਬੱਚਿਆਂ ਨੂੰ ਗਲੀ ਦੇ ਵਿੱਚ ਖੇਡਦਿਆਂ ਨੂੰ ਇਹਨਾਂ ਕੁੱਤਿਆਂ ਨੇ ਨੋਚ ਖਾਦਾ। ਇਹ ਖਬਰਾਂ ਰੁਕਦੀਆਂ ਹੀ। ਅਸੀਂ ਪੰਜਾਬ ਦੇ ਦੇਸ਼ ਦੇ ਨਾਗਰਿਕ ਥੋੜੀਆਂ, ਅਸੀਂ ਤਾਂ ਕੁੱਤਿਆਂ ਦਾ ਮੀਟ ਤੁਰੇ ਫਿਰਦੇ ਆ। ਖੇਤ ਨੂੰ ਜਾਂਦੇ ਆ ਤਾਂ ਆਪਦੇ ਆਪ ਨੂੰ ਮੀਟ ਸਮਝੋ, ਤੁਸੀਂ ਜਾਂਦੇ ਹੋ ਜੇਕਰ ਬਾਜ਼ਾਰ ਨੂੰ ਸੈਰ ਨੂੰ ਜਾਂਦੇ ਤਾਂ ਆਪਣੇ ਆਪ ਨੂੰ ਮੀਟ ਸਮਝੋ। ਨਿਆਣਾ ਜੇਕਰ ਕੋਈ ਖੇਡ ਰਿਹਾ ਤਾਂ ਆਪੇ ਹੀ ਸਮਝੋ ਵੀ ਭਾਈ ਇਹ ਵੀ ਕੁੱਤੇ ਦਾ ਮੀਟ ਬਣ ਸਕਦਾ। ਸੋ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਵੀ ਜੇਕਰ ਕੁੱਤੇ ਦਾ ਮਸਲਾ ਹੱਲ ਨਹੀਂ ਹੁੰਦਾ। ਸਰਕਾਰ ਤਾਂ ਕਹਿੰਦੀ ਆ ਅਪਰਾਧੀ ਖਤਮ ਕਰ ਦਿਆਂਗੇ, ਸਮਾਜ ਵਿਰੋਧੀ ਅਨਸਰ ਐ ਕਰ ਦਿਆਂਗੇ, ਕੁੱਤਿਆਂ ਦਾ ਤੁਹਾਡੇ ਕੋਲ ਹੱਲ ਨਹੀਂ ਹੁੰਦਾਗਾ ਤੇ ਤੁਸੀਂ ਐਵੇਂ ਟਾਰਾ ਮਾਰੀ ਜਾਂਦੇ ਹੋ। ਜੀ ਬਿਲਕੁਲ ਸਹੀ। ਸੋ ਖੈਰ ਆਪਾਂ ਹੁਣ ਪ੍ਰੋਗਰਾਮ ਸਮੇਟੀਏ, ਜਾਣਦਾ ਹੋ ਗਿਆ ਵੇਲਾ, ਤੇ ਬਾਕੀ ਗੱਲਬਾਤ ਦੇ ਲਈ ਕੱਲ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।